रत्ना पारख जो होवै सो रत्ना करे विचार। रत्ना सार न जानई अज्ञानी अंध अंधार। रतन गुरु का शब्द है बूझै बूझनहार। ਇਹ ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਪਾਵਨ ਜੋ ਉਚਰਿਤ ਕੀਤਾ ਗਿਆ। ਇਸ ਪਾਵਨ ਸ਼ਲੋਕ ਦੇ ਅੰਦਰ ਇਹਨਾਂ ਪਾਵਨ ਸਤਰਾਂ ਦੇ ਵਿੱਚ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਜਿਹੜਾ ਰਤਨ ਦਾ ਪਾਰਖ ਹੋਵੇ, ਯਾਨੀ ਕਿ ਜਿਹੜਾ ਉਸ ਰਤਨ ਨੂੰ ਪਹਿਚਾਨਣ ਵਾਲਾ ਜੋਰੀ ਹੈ, ਪਾਰਖੂ ਹੈ, ਉਹੀ ਅਸਲ ਦੇ ਅੰਦਰ ਉਸ ਰਤਨ ਦੀ ਕੀਮਤ ਉਹ ਜਾਣ ਸਕਦਾ ਹੈ। ਰਤਨ ਜਵਾਹਰ ਪੰਨਾ ਜਾਂ ਸੋਨਾ ਚਾਂਦੀ ਜੋ ਵੀ ਕਹਿ ਲਓ, ਕੋਈ ਵੀ ਕੀਮਤੀ ਸ਼ੈ ਜਿਸ ਨੂੰ ਉਹਦੀ ਨੌਲੇਜ ਹੋਵੇਗੀ, ਉਹਦੇ ਬਾਬਤ ਗਿਆਨ ਹੋਵੇਗਾ, ਉਹਦੇ ਬਾਬਤ ਉਸਨੂੰ ਇਲਮ ਹੋਵੇਗਾ, ਉਹੀ ਅਸਲ ਦੇ ਵਿੱਚ ਉਸ ਦੀ ਕੀਮਤ ਨੂੰ ਜਾਣ ਸਕਦਾ ਹੈ ਤੇ ਇਹ ਜਾਣ ਸਕਦਾ ਹੈ ਵੀ ਇਹ ਖਰਾ ਹੈ ਜਾਂ ਇਹ ਖੋਟਾ ਹੈ। ਇਸੇ ਤਰ੍ਹਾਂ ਇਸ ਪਾਵਨ ਗੁਰਬਾਣੀ ਦੇ ਬਾਬਤ, ਇਸ ਪਾਵਨ ਗੁਰਬਾਣੀ ਦੇ ਸ਼ਬਦਾਂ ਦੇ ਬਾਬਤ, ਇਸ ਪਾਵਨ ਗੁਰਬਾਣੀ ਬਾਣੀ ਦੇ ਬਾਬਤ ਗੁਰੂ ਅਮਰਦਾਸ ਪਾਤਸ਼ਾਹ ਜੀ ਇਹ ਪਾਵਨ ਬਚਨ ਕਰਦੇ ਨੇ ਕਿ ਜਿਹੜਾ ਇਸ ਪਾਵਨ ਬਾਣੀ ਦਾ ਪਾਰਖੂ ਹੋਵੇਗਾ ਉਹ ਅਸਲ ਦੇ ਵਿੱਚ ਇਸ ਪਾਵਨ ਗੁਰਬਾਣੀ ਦੇ ਸਿਧਾਂਤਾਂ ਦੀ ਵਿਚਾਰ ਕਰੇਗਾ। ਗੁਰਬਾਣੀ ਅਸੀਂ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਜਪਜੀ ਸਾਹਿਬ ਜੀ ਨੂੰ ਅਸੀਂ ਰੋਜ਼ਾਨਾ ਪੜ੍ਹਦੇ ਹਾਂ। ਉਹਦੇ ਅੰਦਰ ਅਸੀਂ ਸਤਰਾਂ ਪੜ੍ਹਦੇ ਹਾਂ, ਅਸੰਖ ਭਗਤ ਗੁਣ ਗਿਆਨ ਵਿਚਾਰ। ਅਸੰਖ ਐਸੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਭਗਤ ਨੇ ਜਿਹੜੇ ਉਹਦੇ ਗੁਣਾਂ ਦੀ, ਗਿਆਨ ਦੀ ਵਿਚਾਰ ਸਾਂਝੀਆਂ ਕਰਦੇ ਨੇ। ਇਹ ਕੇਵਲ ਇਹ ਨਹੀਂ ਕਿ ਇੱਕ ਖਿੱਤੇ ਦੇ ਅੰਦਰ ਹੀ ਰਹਿੰਦੇ ਨੇ ਜਾਂ ਕਿਸੇ ਖਾਸ ਦੇਸ਼ ਦੇ ਜਾਂ ਕਿਸੇ ਖਾਸ ਕਮਿਊਨਿਟੀ ਦੀ ਬਾਤ ਗੁਰੂ ਸਾਹਿਬ ਕਰਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਵੀ ਅਸੰਖ ਭਗਤ ਗੁਣ ਗਿਆਨ ਵਿਚਾਰ। ਐਸੇ ਅਸੰਖ ਭਗਤ ਹੋਏ ਨੇ ਜਿਹੜੇ ਉਹਦੇ ਗੁਣਾਂ ਦੇ, ਗਿਆਨ ਦੀ ਵਿਚਾਰਾਂ ਸਾਂਝੀਆਂ ਕਰਦੇ ਨੇ। ਹੋਰ ਅਸੀਂ ਬਾਣੀ ਪੜ੍ਹਦੇ ਹਾਂ, ਜਦੋਂ ਅਸੀਂ ਆਸਾ ਕੀ ਵਾਰ ਪੜ੍ਹਦੇ ਹਾਂ ਉਹਦੇ ਵਿੱਚ ਵੀ ਇੱਕ ਸਤਰ ਹੁੰਦੀ ਹੈ ਕਿ ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ। ਸੋ ਗੁਰਬਾਣੀ ਦੇ ਅੰਦਰ ਵਾਰ-ਵਾਰ ਸਾਨੂੰ ਇਹ ਸਮਝਾਇਆ ਗਿਆ ਕਿ ਬਾਣੀ ਜਾਂ ਜਿਹੜੇ ਧਰਮ ਸ਼ਾਸਤਰ ਨੇ ਜਾਂ ਜਿਹੜੇ ਆਪਣੇ ਆਪਣੇ ਧਾਰਮਿਕ ਅਕੀਦੇ ਨੇ ਜਿਨ੍ਹਾਂ ਦੇ, ਉਹਨਾਂ ਦੇ ਆਪਣੇ ਆਪਣੇ ਧਰਮ ਗ੍ਰੰਥ ਦੇ ਉਹ ਪੜ੍ਹਦੇ ਵੀ ਨੇ, ਉਹਨਾਂ ਦੀ ਵਿਚਾਰ ਵੀ ਉਹ ਸਾਂਝੀ ਕਰਦੇ ਨੇ। ਲੇਕਿਨ ਜਦੋਂ ਅਸੀਂ ਆਪਣੇ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਬਾਤ ਕਰਦੇ ਹਾਂ ਜਾਂ ਅਸੀਂ ਆਪਣੇ ਘਰ ਦੀ ਗੱਲ ਕਰਦੇ ਹਾਂ ਤੇ ਸਤਿਗੁਰ ਸਾਨੂੰ ਸਮਝਾਉਂਦੇ ਨੇ ਕਿ ਅਸੀਂ ਕਿਵੇਂ ਇਹਦੀ ਪਾਵਨ ਬਾਣੀ ਦੀ ਵਿਚਾਰ ਕਰਨੀ ਹੈ। ਗੁਰੂ ਸਾਹਿਬ ਕਹਿੰਦੇ ਨੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਯਾਨੀ ਕਿ ਪੂਰੀ ਪਾਵਨ ਗੁਰਬਾਣੀ ਦੀ ਜਿਹੜੀ ਵਿਚਾਰ ਹੈ, ਇਹਦੀ ਵਿਚਾਰਧਾਰਾ ਹੈ, ਇਹ ਇੱਕੋ ਇੱਕ ਬਾਣੀ ਹੈ, ਇੱਕੋ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ, ਇੱਕ ਗੁਰੂ ਦੀ ਸੋਚ। ਜਿਹੜੇ 15 ਭਗਤ ਨੇ ਉਹਨਾਂ ਦੀ ਮੈਂਟੈਲਿਟੀ, ਗੁਰੂ ਸਾਹਿਬਾਨਾਂ ਦੀ ਮੈਂਟੈਲਿਟੀ, ਸਾਰਿਆਂ ਦਾ ਜਿਹੜਾ ਇੱਕ ਆਈਡੀਓਲੋਜੀ ਸੀ, ਸਾਰਿਆਂ ਦੀ ਇੱਕੋ ਇੱਕ ਵਿਚਾਰਧਾਰਾ ਹੈ। ਔਰ ਉਸ ਵਿਚਾਰਧਾਰਾ ਦੀ ਵਿਚਾਰ ਜਦੋਂ ਅਸੀਂ ਕਰਨੀ ਹੈ, ਉਸ ਸੋਚ ਦੀ, ਉਸ ਗੁਰੂ, ਇਸ ਪਾਵਨ ਗੁਰਬਾਣੀ ਦੀ ਜਦੋਂ ਵਿਚਾਰ ਸਾਂਝੀ ਕਰਨੀ ਹੈ ਤੇ ਉਹ ਵਿਚਾਰ ਵੀ ਇੱਕੋ ਹੀ ਹੋਵੇਗੀ। ਉਹ ਵਿਚਾਰ ਅਸੀਂ ਇੰਗਲੈਂਡ ਬੈਠ ਕੇ ਕਰੀਏ, ਉਹ ਵਿਚਾਰ ਅਸੀਂ ਇੰਡੀਆ ਬੈਠ ਕੇ ਕਰੀਏ, ਉਹ ਵਿਚਾਰ ਅਸੀਂ ਕਿਸੇ ਅਫਰੀਕਨ ਕੰਟਰੀ ਵਿੱਚ ਜਾਂ ਕਿਸੇ ਮੰਗਲ ਗ੍ਰਹਿ ਦੇ ਉੱਤੇ ਵੀ ਬੈਠ ਕੇ ਕਰੀਏ, ਉਹ ਵਿਚਾਰ ਇੱਕੋ ਹੀ ਹੋਵੇਗੀ। ਉਹ ਵਿਚਾਰ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਸ ਦੇਸ਼ ਦੀ ਵਿਚਾਰ ਵੱਖਰੀ ਹੈ, ਦੂਜੇ ਦੇਸ਼ ਦੀ ਵਿਚਾਰ ਵੱਖਰੀ ਹੈ। ਸੋ ਬਾਣੀ ਦੇ ਅੰਦਰ ਸਾਨੂੰ ਇਹ ਪਾਵਨ ਜਿਹੜੇ ਬਚਨ ਨੇ ਉਹ ਬਹੁਤ ਸਾਰੀਆਂ ਸਤਰਾਂ ਜਿਹੜੇ ਨੇ ਉਹ ਮਿਲ ਜਾਂਦੀਆਂ ਨੇ। ਅੱਜ ਦਾ ਇਹ ਪਾਵਨ ਬਾਣੀ ਦੀ ਪੰਕਤੀ ਜਿਹੜੀ ਹੈ ਕਿ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ, ਕਿ ਜਿਹੜਾ ਇਸ ਪਾਵਨ ਬਾਣੀ ਦਾ ਪਾਰਖੂ ਹੋਵੇਗਾ, ਇਸ ਪਾਵਨ ਬਾਣੀ ਦੀ ਵਿਚਾਰ ਉਹੀ ਕਰ ਸਕਦਾ ਹੈ। ਬਾਣੀ ਨੂੰ ਇੱਕ ਬੇਸ਼ਕੀਮਤੀ, ਇੱਕ ਅਨਮੋਲ ਰਤਨ ਦੀ ਤਸ਼ਬੀਹ ਗੁਰੂ ਸਾਹਿਬ ਜੀ ਦਿੰਦੇ ਨੇ। ਜਿੱਦਾਂ ਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਗੁਰਬਾਣੀ ਨੂੰ ਰਤਨ ਵੀ ਆਖਿਆ, ਹੀਰਾ ਵੀ ਆਖਿਆ,
ਗੁਰਬਾਣੀ ਨੂੰ ਕੀਮਤੀ ਜਿਹੜੀ ਚੀਜ਼ਾਂ ਨੇ, ਪਦਾਰਥ ਨੇ, ਮਟੀਰੀਅਲ ਹੈ, ਉਹਨਾਂ ਦੇ ਨਾਲ ਗੁਰੂ ਸਾਹਿਬ ਤਸ਼ਬੀਹ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਪਾਵਨ ਬਾਣੀ ਬੜੀ ਬੇਸ਼ਕੀਮਤੀ ਹੈ। ਇਸ ਪਾਵਨ ਬਾਣੀ ਨੂੰ ਪਿਓ ਦਾਦੇ ਕਾ ਖੋਲ ਦਿਠਾ ਖਜ਼ਾਨਾ, ਖਜ਼ਾਨਾ ਵੀ ਆਖਿਆ। ਔਰ ਇਸ ਪਾਵਨ ਬਾਣੀ ਦੀ ਸੰਭਾਲ ਵੀ ਗੁਰੂ ਸਾਹਿਬ ਨੇ ਇੱਕ ਇਸੇ ਤਰ੍ਹਾਂ ਇੱਕ ਬੇਸ਼ਕੀਮਤੀ ਹੀਰੇ, ਇੱਕ ਬੇਸ਼ਕੀਮਤੀ ਰਤਨ ਔਰ ਇੱਕ ਖਜ਼ਾਨੇ ਦੀ ਨਿਆਈ ਉਹਨਾਂ ਨੇ ਕੀਤੀ। ਵੀ ਇੱਕ ਬਾਣੀ ਜਿਹੜੀ ਹੈ ਇਹ ਬੜੀ ਕੀਮਤੀ ਹੈ, ਪਰ ਇਹਦੀ ਵਿਚਾਰ ਕੋਈ ਕਿਸ ਢੰਗ ਦੇ ਨਾਲ ਕਰਦਾ ਹੈ, ਕੋਈ ਕਿਸ ਢੰਗ ਦੇ ਨਾਲ ਕਰਦਾ ਹੈ, ਇਸ ਪਾਵਨ ਸ਼ਲੋਕ ਦੇ ਅੰਦਰ ਸਾਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਸਮਝਾ ਰਹੇ ਨੇ। ਕਿਤੇ ਸਾਡੀ ਜਿਹੜੀ ਵਿਚਾਰ ਹੈ, ਕਿਤੇ ਉਹਦੇ ਅੰਦਰ ਕੋਈ ਸਮੱਸਿਆ ਤੇ ਨਹੀਂ। ਵਿਚਾਰ ਤੇ ਸਾਰਾ ਜਗਤ ਕਰ ਰਿਹਾ, ਬਾਣੀ ਦੀ ਵਿਚਾਰਾਂ ਹੋ ਰਹੀਆਂ ਨੇ, ਬਾਣੀ ਦੇ ਉੱਤੇ ਡਿਬੇਟਸ ਹੁੰਦੀਆਂ ਨੇ, ਬਾਣੀ ਦੇ ਉੱਤੇ ਰਿਸਰਚ ਹੋ ਰਹੀਆਂ ਨੇ, ਔਰ ਸੋਸ਼ਲ ਮੀਡੀਆ ਦਾ ਭਰਿਆ ਹੀ ਪਿਆ ਨਾ ਕਿ ਜਿਹਦੇ ਅੰਦਰ ਤੁਸੀਂ ਗੁਰਬਾਣੀ ਦੀ ਵਿਚਾਰਾਂ ਬਹੁਤਾਇਤ ਰੂਪ ਦੇ ਅੰਦਰ ਦੇਖ ਸਕਦੇ ਹੋ। ਪਰ ਕੀ ਜਿਸ ਵਿਚਾਰ ਦੀ ਬਾਤ ਜਾਂ ਜਿਸ ਵਿਚਾਰ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ, ਕਿ ਅਸੀਂ ਉਸ ਐਂਗਲ ਦੇ ਨਾਲ ਬਾਣੀ ਨੂੰ ਵਿਚਾਰ ਰਹੇ ਹਾਂ ਜਾਂ ਉਸ ਬਾਣੀ ਦੇ ਨਾਲ ਅਸੀਂ ਰਾਬਤਾ ਕਾਇਮ ਕਰ ਰਹੇ ਹਾਂ? ਜੇ ਅਸੀਂ ਆਪਣੇ ਵੱਲ ਝਾਤ ਮਾਰੀਏ ਤੇ ਅਸੀਂ ਕਿਤੇ ਨਾ ਕਿਤੇ, ਹਰ ਇੱਕ ਇਨਸਾਨ ਦੇ ਅੰਦਰ ਕਿਤੇ ਇੱਕ ਈਗੋ ਹੁੰਦੀ ਹੈ, ਹਰ ਇੱਕ ਇਨਸਾਨ ਦੇ ਅੰਦਰ ਕਿਤੇ ਆਪਣੇ ਬੁੱਧੀ ਦੇ ਉੱਤੇ ਮਾਣ ਹੁੰਦਾ ਹੈ, ਤੇ ਉਹ ਇਹ ਗੱਲ ਆਖ ਸਕਦਾ ਹੈ ਕਿ ਮੈਂ ਇਸ ਪਾਵਨ ਬਾਣੀ ਦੀ ਵਿਚਾਰ ਸਹੀ ਕਰ ਰਿਹਾ ਹਾਂ। ਪਰ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ, ਬਾਣੀ ਬਿਰਲੋ ਵਿਚਾਰ ਸੀ। ਇਹ ਬਾਣੀ ਜਿਹੜੀ ਹੈ ਇੱਕ ਵਿਰਲਾ ਹੈ ਜਿਹੜਾ ਇਹਦੀ ਵਿਚਾਰ ਕਰਦਾ ਹੈ, ਯਾਨੀ ਕਿ ਜਿਹੜਾ ਇਹਦੀ ਵਿਚਾਰ ਦੇ ਨਾਲ ਜੁੜਦਾ ਹੈ, ਜਿਹੜੇ ਇਹਦੇ ਗੁਣਾਂ ਦੀ ਵਿਚਾਰ ਸਾਂਝੀ ਕਰਦਾ ਹੈ। ਤੇ ਕੀ ਅਸੀਂ ਉਹਨਾਂ ਵਿਰਲਿਆਂ ਦੇ ਵਿੱਚ ਆ ਰਹੇ ਹਾਂ? ਕੀ ਸਾਡੀ ਵਿਚਾਰ ਦਾ ਲੈਵਲ ਉਹ ਹੈ ਜੋ ਸਾਨੂੰ ਗੁਰੂ ਸਾਹਿਬ ਜੀ ਸਾਡੇ ਵਾਸਤੇ ਲੈ ਕੇ ਜਾਣਾ ਚਾਹੁੰਦੇ ਨੇ? ਕਿਉਂਕਿ ਉਹ ਬਾਣੀ ਤੇ ਬਿਲਕੁਲ ਸਪਸ਼ਟ ਹੈ ਕਿ ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੈ ਵਿਚਾਰ। ਜਦੋਂ ਤੱਕ ਸ਼ਬਦ ਦੀ ਵਿਚਾਰ, ਗੁਰਬਾਣੀ ਦੀ ਵਿਚਾਰ ਨਹੀਂ ਹੋਵੇਗੀ, ਉਦੋਂ ਤੱਕ ਸਾਡੀ ਮੁਕਤੀ ਨਹੀਂ ਹੋ ਸਕਦੀ। ਤੇ ਜਦੋਂ ਸਾਡੇ ਵਰਗੇ ਦਾ ਦਿਨ ਚੜ੍ਹਦਾ ਹੈ, ਮੈਂ ਆਪਣੀ ਗੱਲ ਤੋਂ ਸ਼ੁਰੂ ਕਰਾਂ, ਜਦੋਂ ਤੁਸੀਂ ਫੋਨ ਸਭ ਤੋਂ ਪਹਿਲਾਂ ਹੱਥ ਵਿੱਚ ਲੈਂਦੇ ਆ ਤੇ ਜਿਹੜੀ ਗੁੱਡ ਮਾਰਨਿੰਗ ਹੁੰਦੀ ਹੈ, ਜਾਂ ਜਿਹੜੇ ਆਪਣੇ ਸੱਜਣ ਮਿੱਤਰ ਨੇ, ਰਿਸ਼ਤੇਦਾਰ ਨੇ, ਸੰਬੰਧੀ ਨੇ, ਉਹ ਬਾਣੀ ਦੀਆਂ ਸਤਰਾਂ ਜਿਹੜੀਆਂ ਨੇ ਉਹ ਸਾਂਝੀਆਂ ਕਰਦੇ ਨੇ, ਬਾਣੀ ਦੇ ਜਿਹੜੇ ਲੋਗੋਸ ਨੇ ਉਹ ਸਾਂਝੇ ਕੀਤੇ ਜਾਂਦੇ ਨੇ, ਔਰ ਉਹ ਬਾਣੀ ਦਾ ਇੱਕ WhatsApp ਦੇ ਸਟੇਟਸ ਪਾ ਕੇ ਗੁਰਬਾਣੀ ਦੀ ਇੱਕ ਪੰਕਤੀ ਦਾ ਜਾਂ ਆਪਣੇ ਕਿਸੇ ਮਿੱਤਰ ਨੂੰ ਅਸੀਂ ਸੋਚਦੇ ਹਾਂ ਕਿ ਸਾਡਾ ਕੰਮ ਖਤਮ ਹੋ ਗਿਆ, ਕਿ ਇੱਥੇ ਤੱਕ ਹੀ ਇੱਕ ਸਾਡਾ ਫਰਜ਼ ਸੀ। ਇਸ ਤੋਂ ਬਾਅਦ ਉਸ ਬਾਣੀ ਦੀ ਜਿਹੜੀ ਪੰਕਤੀ ਲਿਖੀ ਜਾਂਦੀ ਹੈ, ਸਾਰਿਆਂ ਦੀ ਗੱਲ ਤੇ ਨਹੀਂ ਕਰਦਾ, ਪਰ ਬਹੁਤਾਇਤ ਰੂਪ ਦੇ ਅੰਦਰ ਤੇ ਉਹ ਪੰਕਤੀ ਕੋਈ ਸਹੀ ਢੰਗ ਦੇ ਨਾਲ ਪੜ੍ਹਦਾ ਵੀ ਨਹੀਂ ਕਿ ਉਹ ਪੰਕਤੀ ਦੇ ਵਿੱਚ ਲਿਖਿਆ ਕੀ ਸੀ। ਜੇ ਇੱਕ ਨੇ ਸੈਂਡ ਕੀਤਾ ਤੇ ਅੱਗੇ ਫਾਰਵਰਡ ਹੋ ਜਾਂਦਾ ਹੈ, ਤੇ ਉਹੀ ਜਿਹੜੀ ਹੈ ਉਹ ਇੱਕ ਪੋਸਟਰ ਜਿਹੜਾ ਗੁਰਬਾਣੀ ਦਾ ਬਣਿਆ ਹੈ, ਉਹ ਪੂਰੇ ਗਰੁੱਪਸ ਦੇ ਵਿੱਚ ਵੀ ਘੁੰਮ ਜਾਂਦਾ ਹੈ, ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਵੀ ਘੁੰਮ ਜਾਂਦਾ ਹੈ, ਤੇ ਸਾਡੇ ਕੋਲ ਵਾਪਸ ਵੀ ਪਰਤ ਕੇ ਆ ਜਾਂਦਾ ਹੈ। ਤੇ ਅਸੀਂ ਸੋਚਦੇ ਹਾਂ ਕਿ ਸਾਡਾ ਜਿਹੜਾ ਫਰਜ਼ ਹੈ ਉਹ ਸਾਡਾ ਫਰਜ਼ ਪੂਰਾ ਹੋ ਚੁੱਕਾ ਹੈ। ਜੇ ਤੁਸੀਂ ਯੂਥ ਦੀ ਬਾਤ ਕਰੋ ਨਾ, ਅੱਜ ਇੱਕ ਸਗੋਂ ਸਟੱਡੀ ਦੇ ਉੱਤੇ ਰਿਸਰਚ ਵੀ ਆਈ ਹੈ ਕਿ ਜਿਹੜਾ ਮਾਨਸਿਕ ਲੈਵਲ ਪਹਿਲਾਂ ਹੁੰਦਾ ਸੀਗਾ ਸਟੱਡੀ ਦਾ ਜਾਂ ਜਿਹੜੇ ਯੂਥ ਦਾ, ਉਹ ਯੂਥ ਦਾ ਲੈਵਲ ਜਿਹੜਾ ਹੈ ਉਸ ਢੰਗ ਦਾ ਨਹੀਂ ਰਿਹਾ ਜਿਹੜਾ ਕਿ ਪਹਿਲਾਂ ਹੁੰਦਾ ਸੀ। ਕਾਰਨ ਕੀ ਹੈ ਕਿ ਅੱਜ ਉਹਨਾਂ ਦੇ ਅੰਦਰ ਕ੍ਰੀਏਟੀਵਿਟੀ ਨਹੀਂ ਰਹੀ, ਜਿਹੜੀ ਡਿਸਕਸ਼ਨ ਦਾ, ਜਿਹੜੀ ਵਿਚਾਰ ਦਾ, ਪਹਿਲਾਂ ਜਿਹੜੇ ਕਲਾਸ ਦੇ ਅੰਦਰ ਜਿਹੜੇ ਸਟੂਡੈਂਟਸ ਜਿਹੜੇ ਨੇ ਉਹ ਵਿਚਾਰਾਂ ਸਾਂਝੀਆਂ ਕਰਦੇ ਸਨ, ਹੁਣ ਉਹ ਬੱਚੇ ਜਿਹੜੇ ਨੇ ਉਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਨਾਂ ਨੇ ਆਪਣੇ ਕਮਰਿਆਂ ਦੇ ਵਿੱਚ ਬੰਦ ਕਰ ਲਿਆ। ਘਰ ਆਉਂਦੇ ਨੇ, ਪਰਿਵਾਰ ਦੇ ਨਾਲ ਕੋਈ ਵਿਚਾਰ ਨਹੀਂ, ਆਪਣੇ ਕਮਰਿਆਂ ਦੇ ਅੰਦਰ ਬੰਦ ਹੋ ਗਏ। ਸਕੂਲ ਦੇ ਵਿੱਚ ਵੀ ਜਿਹੜੀ ਉਹ ਉਸ ਲੈਵਲ ਦੀ ਵਿਚਾਰ ਚਰਚਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਨਾਲ ਉਹ ਸਾਂਝੀ ਨਹੀਂ ਕਰਦੇ। ਹੁਣ ਆ ਗਿਆ ਇਮੋਜੀ। ਇੱਕ ਗੱਲ ਜਿਹੜੀ ਕਹਿਣੀ ਹੈ ਉਹ ਸਿਰਫ ਇੱਕ ਭਾਵ ਦੇ ਰਾਹੀਂ ਵਿਅਕਤ ਕਰ ਦਿੱਤੀ ਜਾਂਦੀ ਹੈ ਕਿ ਜਿਸ ਬੰਦਾ ਉਦਾਸ ਹੈ ਤੇ ਮਾੜਾ ਜਿਹਾ ਸੈਡ ਦਾ ਉਹਨੇ ਇਮੋਜੀ ਪਾ ਦਿੱਤਾ, ਸੋ ਇੱਥੇ ਉਹ ਸਮਝਦਾ ਹੈ ਕਿ ਮੇਰੀ ਜਿਹੜੀ ਹੈ ਉਹ ਗੱਲ ਜੋ ਮੈਂ ਕਹਿਣੀ ਚਾਹੁੰਦਾ ਸੀ ਉਹ ਪੂਰੀ ਹੋ ਗਈ। ਅਗਲਾ ਬੰਦਾ ਵੀ ਕਹਿ ਦਿੰਦਾ ਵੀ ਉਹ ਕੁਐਸਚਨ ਇਮੋਜੀ ਪਾ ਕੇ ਵੀ ਤੈਨੂੰ ਕਿਉਂ ਇਹ ਗੱਲ ਕਿਉਂ ਹੋਇਆ, ਕੁਐਸਚਨ ਮਾਰਕ ਪਾ ਦਿੱਤਾ ਆ। ਇੱਥੇ ਤੱਕ ਗੱਲ ਸੀਮਿਤ ਹੋ ਗਈ, ਟੈਕਸਟ ਨਾਲ ਕੰਮ ਸਾਰ ਰਿਹਾ ਹਰ ਬੰਦਾ, ਪਰ ਵਿਚਾਰ ਜਿਹੜਾ ਹੈ ਉਹ ਯੂਥ ਜਿਹੜਾ ਹੈ ਉਹ ਕਰਨਾ ਨਹੀਂ ਚਾਹੁੰਦਾ
कि उस विचार दे नाल ਉਹ जुड़ना नहीं चाहता। यानी कि जे असी स्टडी दे लैवल दे उत्ते भी देखिए ना, ਜਿਹੜਾ ਸਾਡਾ ਅੱਜ ਦਾ ਐਜੂਕੇਸ਼ਨ ਢਾਂਚਾ ਹੈ, ਉਸ ਢਾਂਚੇ ਦੇ ਅੰਦਰ ਵੀ ਸਹੀ ਢੰਗ ਦੀ ਜਿਹੜੀ ਵਿਚਾਰ ਹੈ ਉਹ ਸਾਂਝੀ ਨਹੀਂ ਕੀਤੀ ਜਾ ਰਹੀ। ਇਹਦੀ ਵੀ ਸਟੱਡੀਜ਼ ਹੁਣ ਸਾਹਮਣੇ ਆ ਰਹੀਆਂ ਨੇ। ਗੁਰੂ ਸਾਹਿਬ ਸਾਨੂੰ ਕਦੋਂ ਅਵੇਅਰ ਕਰਾ ਰਹੇ ਨੇ, ਕਿੰਨੇ ਢੇਰ ਚਿਰ ਪਹਿਲਾਂ ਅਵੇਅਰ ਕਰਾ ਰਹੇ ਨੇ ਵੀ ਵਿਚਾਰ ਕਰਨੀ ਹੈ ਇਸ ਪਾਵਨ ਬਾਣੀ ਦੀ। ਬੜੀ ਬੇਸ਼ਕੀਮਤੀ ਹੈ, ਬੜੀ ਇੱਕ ਕੀਮਤੀ ਸ਼ੈ ਹੈ ਇਹ। ਇੱਕ ਨਾ ਹਬੀਬ ਰਾਈਟਰ ਹੋਇਆ ਹੈ ਪਾਕਿਸਤਾਨ ਦਾ, ਜਦੋਂ ਪਾਰਟੀਸ਼ਨ ਤੋਂ ਪਹਿਲਾਂ ਅੰਗਰੇਜ਼ਾਂ ਦੇ ਖਿਲਾਫ ਇਸਨੇ ਨਾ ਕੁਝ ਪੱਤਰਕਾਵਾਂ ਦੇ ਵਿੱਚ ਕੁਝ ਲਿਖਿਆ। ਇਸਨੇ ਆਜ਼ਾਦੀ ਦਾ ਦੌਰ ਚੱਲ ਰਿਹਾ ਸੀ, ਆਜ਼ਾਦੀ ਪ੍ਰਾਪਤ ਕਰਨ ਦੇ ਵਾਸਤੇ ਜਿਹੜੇ ਪੱਤਰਕਾਰ ਨੇ ਉਹ ਆਪਣੇ ਆਪਣੇ ਵੱਲੋਂ ਜਿਹੜੇ ਨੇ ਉਹ ਕਿਤਾਬਚੇ ਵੰਡਦੇ ਸੀ, ਕੋਈ ਲੇਖ ਲਿਖਦੇ ਸੀ। ਤੇ ਇਸ ਦਾ ਕੁਝ ਲੇਖ ਤੋਂ ਜਿਹੜੀ ਅੰਗਰੇਜ਼ ਸਰਕਾਰ ਹੈ ਉਹ ਪਰੇਸ਼ਾਨ ਹੋ ਗਈ ਤੇ ਇਸ ਨੂੰ ਲਾਹੌਰ ਦੇ ਜੇਲ੍ਹ ਦੇ ਅੰਦਰ ਡੱਕ ਦਿੱਤਾ। ਤੇ ਨਾਲ ਹੀ ਇਹਦੇ ਲਿਖਣ ਤੇ ਵੀ ਕੁਝ ਸਮੇਂ ਵਾਸਤੇ ਪਾਬੰਦੀ ਲਾ ਦਿੱਤੀ ਗਈ। ਤੇ ਜਦੋਂ ਇਹ ਜੇਲ੍ਹ ਵਿੱਚ ਰਿਹਾ ਨਾ ਤੇ ਇਸਨੇ ਇੱਕ ਫੈਸਲਾ ਕੀਤਾ ਕਿ ਮੈਂ ਨਾ ਪਾਵਨ ਗੁਰਬਾਣੀ ਦਾ ਅਧਿਐਨ ਕਰਾਂਗਾ, ਇਹਦਾ ਮੁਤਾਲਿਆ ਕਰਾਂਗਾ। ਜਪਜੀ ਸਾਹਿਬ ਦੀ ਪਾਵਨ ਰਚਨਾ ਇਸਨੇ ਚੁਣੀ ਤੇ ਜਦੋਂ ਜਪਜੀ ਸਾਹਿਬ ਦੀ ਪਾਵਨ ਰਚਨਾ ਇਸਨੇ ਚੁਣੀ, ਇਸ ਨੂੰ ਸਰ ਮੁਹੰਮਦ ਅਲਾਮਾ ਇਕਬਾਲ ਹੋਇਆ ਹੈ, ਜਿਹੜੇ ਕਵੀ, ਬੜਾ ਵੱਡਾ ਕਵੀ ਮੰਨੇ ਜਾਂਦੇ ਨੇ, ਉਹਨਾਂ ਨੇ ਇੱਕ ਚਿੱਠੀ ਭੇਜੀ ਤੇ ਉਸ ਚਿੱਠੀ ਵਿੱਚ ਇਹ ਲਿਖਿਆ ਸੀ ਕਿ ਮੈਨੂੰ ਪਤਾ ਲੱਗਾ ਹੈ ਹਬੀਬ ਕਿ ਤੂੰ ਗੁਰੂ ਨਾਨਕ, ਬਾਬਾ ਨਾਨਕ, ਹਜ਼ਰਤ ਬਾਬਾ ਨਾਨਕ ਦੀ ਬੜੀ ਆਲਾ ਰਚਨਾ ਜਿਸ ਨੂੰ ਜਪਜੀ ਸਾਹਿਬ ਕਿਹਾ ਜਾਂਦਾ ਹੈ, ਉਹਦੇ ਬਾਬਤ ਕੁਝ ਅਧਿਐਨ ਕਰਨਾ ਚਾਹੁੰਦਾ ਹੈ, ਕੁਝ ਲਿਖਣਾ ਚਾਹੁੰਦਾ ਹੈ, ਉਹਦੇ ਬਾਬਤ ਕੁਝ ਤੂੰ ਆਪਣੇ ਵੱਲੋਂ ਨੋਟਸ ਤਿਆਰ ਕਰਨਾ ਚਾਹੁੰਦਾ ਹੈ। ਮੈਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਤੂੰ ਬੜਾ ਮਹਾਨ, ਬੜਾ ਆਲਮ ਫਾਜ਼ਲ ਹੈ, ਪਰ ਇਸ ਰਚਨਾ ਨੂੰ ਹੱਥ ਲਾ ਰਿਹਾ ਬੜੇ ਧਿਆਨ ਦੇ ਨਾਲ ਲਾਈ, ਬੜੇ ਸੋਚ ਸਮਝ ਕੇ ਲਾਈ। ਭਾਵੇਂ ਕਿ ਤੂੰ ਇੰਟੈਲੈਕਚੁਅਲ ਹੈ, ਵਿਦਵਾਨ ਹੈ, ਪਰ ਫਿਰ ਵੀ ਇਸ ਰਚਨਾ ਨੂੰ ਬੜੇ ਧਿਆਨ ਦੇ ਨਾਲ ਪੜ੍ਹੀ, ਸਮਝੀ ਔਰ ਵਿਚਾਰੀ, ਕਿਉਂਕਿ ਇਹ ਜਿਹੜੀ ਪਾਵਨ ਰਚਨਾ ਹੈ ਇਹ ਉਸ ਬਾਬੇ ਨਾਨਕ ਦੀ ਹੈ, ਉਸ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੈ, ਜਿਹੜੇ ਮੁਰਸ਼ਿਦਾਂ ਦੇ ਮੁਰਸ਼ਿਦ, ਜਿਹੜੇ ਪੀਰਾਂ ਦੇ ਪੀਰ ਨੇ, ਜਾਂ ਆਪਣੀ ਸ਼ਬਦਾਵਲੀ ਵਿੱਚ ਜਿੰਨੇ ਉਹਨੇ ਤਸ਼ਬੀਹਾਂ ਦਿੱਤੀਆਂ ਉਹ ਉਸ ਲੈਟਰ ਦੇ ਅੰਦਰ ਉਸਨੇ ਉਹ ਸਾਰੀਆਂ ਚੀਜ਼ਾਂ ਦਿੱਤੀਆਂ। ਔਰ ਇਹ ਗੱਲ ਉਹਨੂੰ ਕਹੀ ਜਾ ਰਹੀ ਹੈ ਕਿਉਂਕਿ ਇਹਦਾ ਮਾਣ ਤਾਣ ਬੜਾ ਸੀ ਹਬੀਬ ਦਾ। ਇਸਲਾਮ ਦੇ ਅੰਦਰ ਇਹਨਾਂ ਨੂੰ ਸੈਯਦ ਕਿਹਾ ਜਾਂਦਾ ਹੈ, ਸੈਯਦਾਂ ਦੇ ਪਰਿਵਾਰਾਂ ਦੇ ਵਿੱਚੋਂ ਸੀਗਾ, ਜਿਹੜੇ ਮੁਹੰਮਦ ਸਾਹਿਬ ਦੀ ਬੇਟੀ ਦੇ ਅੰਸ਼ ਪੰਸ਼ ਦੇ ਵਿੱਚੋਂ ਸੀਗੇ। ਔਰ ਇਹਨਾਂ ਦਾ ਮਾਣ ਤਾਣ ਬੜਾ ਦਿੱਤਾ ਜਾਂਦਾ ਸੀ ਇਹਨਾਂ ਨੂੰ। ਬਾਦਸ਼ਾਹ ਦੇ ਜਿਹੜੇ ਮਹਾਵਤ ਹੁੰਦੇ ਸੀ ਉਹ ਸੈਯਦ ਹੁੰਦੇ ਸੀ, ਕਿਉਂਕਿ ਬਾਦਸ਼ਾਹ ਨੂੰ ਪਿੱਠ ਸਿਰਫ ਸੈਯਦ ਹੀ ਦੇ ਸਕਦਾ ਸੀ, ਇਸ ਕਰਕੇ ਮਹਾਵਤ ਸੈਯਦ ਨੂੰ ਰੱਖਿਆ ਜਾਂਦਾ ਸੀ। ਜਿਹੜਾ ਬਾਦਸ਼ਾਹ ਦਾ ਹਾਥੀ ਨੂੰ ਚਲਾਉਣ ਵਾਲੇ ਹੁੰਦੇ ਸੀਗੇ, ਇਹ ਉਸ ਕੁਲ ਦੇ ਵਿੱਚੋਂ ਸੀਗਾ। ਹੁਣ ਉਹਨੂੰ ਵੀ ਇਹ ਗੱਲ ਕਹੀ ਜਾ ਰਹੀ ਹੈ, ਭਾਵੇਂ ਬਹੁਤ ਵੱਡਾ ਵਿਦਵਾਨ ਹੈ, ਪਰ ਅਲਾਮਾ ਇਕਬਾਲ ਉਸ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਵਿਚਾਰ ਰਿਹਾ ਨਾ ਤੇ ਧਿਆਨ ਦੇ ਨਾਲ ਵਿਚਾਰੀ। ਲੇਕਿਨ ਅੱਜ ਸਾਡਾ ਜਿਹੜਾ ਅੱਜ ਦਾ ਜਿਹੜਾ ਸਾਡਾ ਲੈਵਲ ਹੈ, ਜਾਂ ਅੱਜ ਦੇ ਸਾਡਾ ਜਿਹੜਾ ਜੋ ਕੁਝ ਅੱਜ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ, ਜਿਸ ਢੰਗ ਦੀ ਸਾਡੀ ਵਿਚਾਰਾਂ ਹੁੰਦੀਆਂ ਨੇ, ਜਿਸ ਢੰਗ ਦੀਆਂ ਸਾਡੀਆਂ ਚਰਚਾਵਾਂ ਹੁੰਦੀਆਂ ਨੇ, ਕੀ ਲੱਗਦਾ ਹੈ ਕਿ ਸਾਨੂੰ ਕਿ ਕਿਤੇ ਵੈਕਿਊਮ ਆ ਗਿਆ, ਸਾਡੇ ਕਿਤੇ ਖਲਾ ਆ ਗਿਆ ਸਾਡੇ ਉਸ ਲੈਵਲ ਦੇ ਉੱਤੇ, ਜਿਸ ਲੈਵਲ ਦੀ ਵਿਚਾਰਾਂ ਪਹਿਲਾਂ ਹੁੰਦੀਆਂ ਸਨ। ਜਿਹੜੇ ਦੂਜੇ ਧਰਮਾਂ ਦੇ ਲੋਕ ਹੁੰਦੇ ਸਨ ਉਹ ਵੀ ਕਹਿੰਦੇ ਸਨ ਵੀ ਬੜੇ ਧਿਆਨ ਦੇ ਨਾਲ ਕਲਾਮ ਨੂੰ ਹੱਥ ਪਾਈ। ਔਰ ਅੱਜ ਤੇ ਸੋਸ਼ਲ ਮੀਡੀਆ ਦੇ ਆਉਣ ਕਰਕੇ ਅੱਜ ਤੁਸੀਂ ਦੇਖਦੇ ਹੋ ਵੀ ਫੇਸਬੁੱਕ ਦੇ ਉੱਤੇ ਰੋਜ਼ਾਨਾ ਕੋਈ ਨਾ ਕੋਈ ਲਾਈਵ ਹੋ ਕੇ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਕਰ ਰਿਹਾ ਹੁੰਦਾ ਹੈ। ਸੋ ਇਹਦੇ ਬਾਬਤ ਸੋਚਣ ਵਾਸਤੇ ਸਾਨੂੰ ਅੱਜ ਦੇ ਇਸ ਪਾਵਨ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਇਹ ਜਿਹੜੀ ਪਾਵਨ ਬਾਣੀ ਹੈ ਇਹ ਇੱਕ ਰਤਨ ਦੀ ਨਿਆਈ ਹੈ। ਰਤਨਾ ਪਾਰਖ ਜੇ ਹੋਵੇ, ਜੋ ਹੋਵੇ ਸੋ ਰਤਨਾ ਕਰੇ ਵਿਚਾਰ। ਹੁਣ ਇਸ ਪਾਵਨ ਬਾਣੀ ਦਾ ਜਿਹੜਾ ਪਾਰਖੂ ਹੋਵੇਗਾ ਨਾ, ਉਹੀ ਇਸ ਪਾਵਨ ਬਾਣੀ ਦੀ ਵਿਚਾਰ ਕਰ ਸਕਦਾ ਹੈ। ਜੇ ਪਾਰਖੂ ਚੰਗਾ ਨਹੀਂ ਹੋਵੇਗਾ, ਹੁਣ ਜੇ ਮੇਰੇ ਸਾਹਮਣੇ ਕੋਈ ਹੀਰਾ ਲਿਆਏ, ਮੈਂ ਤੇ ਹੀਰਾ ਵੇਖਿਆ ਹੀ ਨਹੀਂ ਅੱਜ ਤੱਕ, ਤੇ ਮੈਂ ਆਖਾਂ ਵੀ ਮੈਂ ਜੋਹਰੀ ਹਾਂ, ਤੇ ਮੈਂ ਉਹਦੀ ਪਰਖ ਨਹੀਂ ਕਰ ਪਾਵਾਂਗਾ। ਜਿਹੜਾ ਡਾਕਟਰ ਜਿਹੜਾ ਹੈ, ਜੇ ਉਸਨੇ ਸਹੀ ਢੰਗ ਦੇ ਨਾਲ ਉਸਨੇ ਆਪਣੀ ਸਟੱਡੀ ਨਹੀਂ ਕੀਤੀ, ਤੇ ਉਹ ਕਿਸੇ ਮਰੀਜ਼ ਦਾ ਇਲਾਜ ਕਿਵੇਂ ਕਰੇਗਾ ਜੇ ਜਦੋਂ ਤੱਕ ਉਸਨੂੰ ਕੋਈ ਡਾਇਗਨੋਸ ਹੀ ਨਾ ਕਰਨਾ ਆਏ। ਉਹ ਵੈਦ ਕਿਵੇਂ ਬਣ ਸਕਦਾ ਹੈ, ਉਹ ਡਾਕਟਰ ਕਿਵੇਂ ਬਣ ਸਕਦਾ ਹੈ। ਜਿਵੇਂ ਭਾਈ ਗੁਰਦਾਸ ਜੀ ਇੱਕ ਥਾਂ ਦੇ ਉੱਤੇ ਇੱਕ ਆਪਣੀ ਵਾਰ ਦੇ ਅੰਦਰ, ਇੱਕ ਪੌੜੀ ਦੇ ਅੰਦਰ ਸਮਝਾਉਂਦੇ ਨੇ ਨਾ ਵੀ ਦੋ ਭਰਾ ਸੀਗੇ, ਤੇ ਉਹ ਦੋ ਭਰਾਵਾਂ ਨੇ ਦੇਖ ਲਿਆ
ਕਿ ਕੂੰਠਾਂ ਦਾ ਕਾਫਲਾ ਜਾ ਰਿਹਾ ਹੈ, ਉਹਦੇ ਵਿੱਚ ਜਿਹੜਾ ਛੇੜੂ ਸੀ ਉਹਨਾਂ ਦਾ, ਉਹਨੇ ਵੇਖਿਆ ਵੀ ਇੱਕ ਊਂਠ ਬੜੀ ਪਰੇਸ਼ਾਨੀ ਦੇ ਵਿੱਚ ਹੈ, ਲੰਮਾ ਪੈ ਗਿਆ, ਉਹਨੂੰ ਸਾਹ ਨਹੀਂ ਆ ਰਿਹਾ, ਤੇ ਉਹਨਾਂ ਨੇ ਉਹਨੂੰ ਫੜਿਆ, ਊਂਠ ਨੂੰ ਲੰਮਾ ਪਾਇਆ, ਲੰਮੇ ਪਾ ਕੇ ਉਹਦੇ ਗਲੇ ਤੇ ਇੱਕ ਬੜੇ ਵੱਡੇ ਪੱਥਰ ਦੇ ਨਾਲ ਵਾਰ ਕੀਤਾ, ਔਰ ਉਹ ਜਿਹੜਾ ਅੰਦਰ ਖਰਬੂਜ਼ਾ ਫਸਿਆ ਸੀਗਾ ਉਹਦੇ ਗਲੇ ਦੇ ਵਿੱਚ, ਉਹ ਫੇਰ ਦਿੱਤਾ ਜਾਂਦਾ ਹੈ, ਔਰ ਊਂਠ ਦਾ ਸਾਹ ਜਿਹੜਾ ਸੌਖਾ ਹੋ ਜਾਂਦਾ ਹੈ। ਹੁਣ ਦੋਵੇਂ ਭਰਾਵਾਂ ਨੇ ਇਹ ਗੱਲ ਦੇਖ ਲਈ, ਪਿੰਡ ਵਿੱਚ ਗਏ, ਤੇ ਜਦੋਂ ਪਿੰਡ ਵਿੱਚ ਪਹੁੰਚੇ ਤੇ ਉੱਥੇ ਇੱਕ ਬਜ਼ੁਰਗ ਮਾਈ ਦੇ ਸਾਹ ਜਿਹੜਾ ਹੈ ਉਹ ਔਖਾ ਹੋਇਆ ਸੀ, ਸਮੱਸਿਆ ਤੇ ਉਹਨੂੰ ਕੋਈ ਹੋਰ ਸੀ, ਤੇ ਕਹਿਣ ਲੱਗੇ ਵੀ ਸਾਡੀ ਗਵਾਂਢਣ ਆ, ਵੀ ਅਸੀਂ ਇਲਮ ਜਾਣਦੇ ਹਾਂ, ਅਸੀਂ ਇਲਾਜ ਕਰ ਦਵਾਂਗੇ। ਤੇ ਗਵਾਂਢੀਆਂ ਨੇ ਵੀ ਸੋਚਿਆ ਸ਼ਾਇਦ ਬਾਹਰ ਗਏ ਸੀ, ਕੋਈ ਇਲਮ ਸਿੱਖ ਕੇ ਆਏ ਹੋਣੇ, ਕੋਈ ਇਲਾਜ, ਕੋਈ ਵੈਦਗੀ ਜਿਹੜੀ ਹੈ ਉਹ ਸਿੱਖ ਕੇ ਆਏ ਹੋਣੇ। ਤੇ ਭਾਈ ਗੁਰਦਾਸ ਜੀ ਲਿਖਦੇ ਨੇ ਵੀ ਉਹਨਾਂ ਦੋਨਾਂ ਨੇ ਉਸ ਬੁੜੀ ਬਜ਼ੁਰਗ ਮਾਈ ਨੂੰ ਲੰਮੇ ਪਾਇਆ, ਥੱਲੇ ਇੱਕ ਧੌਣ ਦੇ ਥੱਲੇ ਵੱਟਾ ਵੱਡਾ ਸਾਰਾ ਲਾਇਆ, ਤੇ ਦੂਜੇ ਪੱਥਰ ਦੇ ਨਾਲ ਮਾਰਿਆ ਧੌਣ ਦੇ ਉੱਤੇ। ਉਹ ਜਿਹੜੇ 2-4 ਸਾਹ ਆਣੇ ਸੀ ਉਹ ਵੀ ਖਤਮ ਹੋ ਗਏ, ਮੌਤ ਹੋ ਗਈ ਉਸ ਬਜ਼ੁਰਗ ਮਾਈ ਦੀ। ਵੈਦ ਚੰਗੇਰੀ ਊਠ ਨੀਲਾ ਸਿਲਵੱਟਾ ਕਚਰਾ ਭੰਨਾ, ਇਹ ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਸਮਝਾਉਂਦੇ ਨੇ, ਜੇ ਡਾਕਟਰ ਜਾਂ ਜਿਹੜਾ ਇਲਾਜ ਕਰਨ ਵਾਲਾ ਹੈ, ਜੇ ਉਸ ਨੂੰ ਪਰਖ ਨਹੀਂ ਹੋਵੇਗੀ ਤੇ ਉਹ ਨੁਕਸਾਨ ਕਰੇਗਾ ਆਪਣੇ ਮਰੀਜ਼ਾਂ ਦਾ। ਸੋ ਗੁਰਬਾਣੀ ਦੇ ਅੰਦਰ ਸਾਨੂੰ ਬੇਅੰਤ ਥਾਵਾਂ ਤੇ ਇਸ ਪਰਖ ਦੇ ਬਾਬਤ ਸਾਨੂੰ ਸਮਝਾਇਆ ਕਿ ਅੰਧੇ ਕਾ ਨਾਮ ਪਾਰਖੂ ਏਵੈ ਕਰੇ ਪਾਓ, ਵੀ ਅੰਧੇ ਦਾ ਨਾਮ ਪਾਰਖੂ ਰੱਖ ਦਿੱਤਾ ਜਾਂਦਾ ਹੈ, ਔਰ ਅੰਨੇ ਹੀ ਜਿਹੜੇ ਨੇ ਉਹ ਪਰਖ ਕਰਦੇ ਘੁੰਮ ਰਹੇ ਨੇ, ਅੰਨੇ ਹੀ ਪਰਖ ਕਰ ਰਹੇ ਨੇ। ਜਿਵੇਂ ਕਿਸਾਨੀ ਦਾ ਮੁੱਦਾ ਹੈ, ਤੇ ਜਿਹੜਾ ਕਿਸਾਨੀ ਜਿਹਨੇ ਕਦੇ ਗਮਲੇ ਦੇ ਅੰਦਰ ਕਦੇ ਕੋਈ ਬੂਟਾ ਨਹੀਂ ਲਾਇਆ, ਉਹ ਵੀ ਅੱਜ ਕਿਸਾਨੀ ਦੇ ਉੱਤੇ ਗੱਲ ਕਰ ਰਿਹਾ, ਜਦਕਿ ਉਹਨੂੰ ਕਿਸਾਨੀ ਬਾਰੇ ਕੁਝ ਨਹੀਂ ਪਤਾ। ਪਾਰਲੀਮੈਂਟ ਵਿਚਾਰ ਚਰਚਾ ਦੀ ਥਾਂ ਹੁੰਦੀ ਹੈ, ਜਿੱਥੇ ਵਿਚਾਰਾਂ ਹੁੰਦੀਆਂ ਨੇ, ਪਰ ਕੀ ਤੁਸੀਂ ਪਾਰਲੀਮੈਂਟ ਦੇ ਅੰਦਰ ਜਿੱਥੇ ਵਿਚਾਰ ਕਰਨੀ ਹੈ ਕਿਸੇ ਕਾਨੂੰਨ ਦੇ ਬਾਬਤ, ਕੀ ਤੁਸੀਂ ਦੇਖਦੇ ਹੋ ਕਿ ਜਿਹੜੇ ਲੋਕ ਬੈਠੇ ਹੁੰਦੇ ਨੇ, ਜਿਹੜੇ ਨੁਮਾਇੰਦੇ ਸੀ ਚੁਣ ਕੇ ਘੱਲਦੇ ਆ, ਕੀ ਉਹਨਾਂ ਦਾ ਉਸ ਲੈਵਲ ਦੀ ਵਿਚਾਰਧਾਰਾ ਹੁੰਦੀ ਹੈ ਜਿਹੜੇ ਉਸ ਗੰਭੀਰ ਵਿਸ਼ਿਆਂ ਨੂੰ ਸਮਝ ਸਕਣ ਔਰ ਉਹਦੇ ਬਾਬਤ ਵਿਚਾਰ ਕਰ ਸਕਣ? ਜਿਹੜੇ ਨੁਮਾਇੰਦੇ ਘੱਲੇ ਜਾਂਦੇ ਨੇ, ਜਿਹੜੇ ਕਾਨੂੰਨ ਬਣਾ ਰਹੇ ਨੇ, ਉਹਨਾਂ ਨੂੰ ਆਪਣੇ ਵਿਸ਼ੇ ਦੇ ਮੁਤਾਬਕ ਹੀ ਪੂਰਨ ਤੌਰ ਤੇ ਜਾਣਕਾਰੀ ਨਹੀਂ ਹੁੰਦੀ। ਇਸ ਕਰਕੇ ਪਰਖ ਦੇ ਬਾਬਤ ਔਰ ਪਾਰਖੂ ਦੇ ਬਾਬਤ ਗੁਰਬਾਣੀ ਨੇ ਸਾਨੂੰ ਬੜੇ ਡੂੰਘੇ ਪੱਧਰ ਤੇ ਸਮਝਾਇਆ ਕਿ ਜਿਹੜਾ ਪਾਰਖੂ ਹੁੰਦਾ ਹੈ ਉਹ ਕੈਸਾ ਹੋਣਾ ਚਾਹੀਦਾ ਹੈ। ਇੱਕ ਐਗਜ਼ਾਮਪਲ ਜਿਹੜੀ ਹੈ ਉਹ ਸਾਨੂੰ ਇਤਿਹਾਸ ਦੇ ਵਿੱਚੋਂ ਵੀ ਮਿਲਦੀ ਹੈ ਕਿ ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀ ਕੋਲੋਂ ਬਾਣੀ ਲਿਖਵਾ ਰਹੇ ਸਨ, ਤੇ ਉਸ ਸਮੇਂ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿਵੇਂ ਪਹਿਚਾਨੋਗੇ ਬਾਣੀ ਦੇ ਬਾਬਤ? ਤੇ ਉਹ ਇੱਕ ਕਵਿਤ ਅਸੀਂ ਸਾਨੂੰ ਮਿਲਦਾ ਹੈ ਕਿ ਜੈਸੇ ਅਨੁਚਰ ਨਰਪਤ ਕੀ ਪਹਿਚਾਨੇ ਭਾਖਾ, ਪਛਾਨੈ ਭਾਖਾ, ਬੋਲਤ ਬਚਨ ਖਿਨ ਬੁੱਝੈ ਬਿਨ ਦੇਖੀ। ਤੇ ਉਹ ਕਹਿੰਦੇ ਨੇ ਵੀ ਜਿਵੇਂ ਇੱਕ ਅਨੁਚਰ ਹੈ, ਜਿਵੇਂ ਇੱਕ ਨੌਕਰ ਹੈ, ਉਹ ਆਪਣੇ ਮਾਲਕ ਦੀ ਆਵਾਜ਼ ਨੂੰ ਪਹਿਚਾਨ ਜਾਂਦਾ ਹੈ। ਜਿਵੇਂ ਇੱਕ ਜੋਹਰੀ, ਜੈਸੇ ਜੋਹਰੀ ਪਰਖ ਜਾਣਤ ਹੈ ਰਤਨ ਕੀ, ਦੇਖਤ ਹੀ ਕਹੈ ਖਰੋ ਖੋਟੋ ਰੂਪ ਰੇਖੀ। ਜਿਵੇਂ ਜੋਹਰੀ ਹੈ ਨਾ, ਉਹ ਪਰਖ ਜਾਣਦਾ ਹੀਰੇ ਦੀ, ਉਹ ਦੇਖਦੇ ਹੀ ਕਹਿ ਦੇਵੇਗਾ, ਹੱਥ ਵਿੱਚ ਲੈਂਦਾ ਵੀ ਖੋਟਾ ਹੈਗਾ ਜਾਂ ਖਰਾ ਹੈਗਾ, ਉਹ ਦੇਖਦੇ ਹੀ ਆਖ ਦੇਵੇਗਾ। ਤੇ ਇਦਾਂ ਹੀ ਕਹਿੰਦੇ ਵੀ ਜਿਹੜਾ ਗੁਰਸਿੱਖ ਹੈ, ਜਿਹੜਾ ਸਿੱਖ ਹੈ, ਉਹ ਪਾਵਨ ਬਾਣੀ ਦੀ ਉਹਦੀ ਕਸਵੱਟੀ ਨੂੰ, ਗੁਰਬਾਣੀ ਨੂੰ ਵੇਖ ਕੇ, ਪੜ੍ਹ ਕੇ, ਸੁਣ ਕੇ, ਸਮਝ ਕੇ ਗੱਲ ਆਖ ਸਕਦਾ ਹੈ ਕਿ ਮੇਰੇ ਪਾਵਨ ਬਾਣੀ ਦੇ ਸਿਧਾਂਤ ਨੇ, ਇਹ ਮੇਰੇ ਪਾਵਨ ਗੁਰਬਾਣੀ ਦੇ ਨਾਲ ਇਹਨਾਂ ਦਾ ਮਿਲਾਪ ਮੈਨੂੰ ਮੇਰੇ ਮਨ ਔਰ ਮੇਰੀ ਸੋਚ ਦੇ ਅੰਦਰ ਆ ਰਿਹਾ ਹੈ। ਸੋ ਇਹ ਪਾਵਨ ਬਾਣੀ ਦੇ ਉੱਤੇ ਮੈਂ ਪੂਰਨ ਤੌਰ ਦੇ ਨਾਲ ਮੈਂ ਇਹਦੇ ਉੱਤੇ ਸਹਿਮਤ ਹਾਂ। ਭਾਈ ਗੁਰਦਾਸ ਜੀ ਇਸ ਪਾਵਨ ਕਵਿਤ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਬਾਣੀ ਦੀ ਪਰਖ ਸਿੱਖ ਕਰ ਸਕਦਾ ਹੈ। ਏਦਾਂ ਹੀ ਜਦੋਂ ਅਸੀਂ ਦੇਖਦੇ ਹਾਂ ਸਾਡਾ ਇਤਿਹਾਸਕ ਜਿਹੜਾ ਸੰਦਰਭ ਅੱਜ ਚੱਲ ਰਿਹਾ ਹੈ, ਮਹਾਨ ਕੁਸ਼ ਜਿਨ੍ਹਾਂ ਸੱਜਣਾ ਨੇ ਪੜ੍ਹਿਆ ਨਾ, ਭਾਈ ਕਾਹਨ ਸਿੰਘ ਨਾਭਾ ਸਜਦਾ ਬਣਦਾ ਉਹਨਾਂ ਦੇ ਸਾਹਮਣੇ ਵੀ ਕਰਨਾ ਕਿ ਕਿੰਨੀ ਉਹਨਾਂ ਨੇ ਮਿਹਨਤ ਕੀਤੀ, ਕਿ ਅੱਜ ਤੇ ਕੰਪਿਊਟਰ ਦਾ ਯੁੱਗ ਹੈ, ਅਸੀਂ ਹੁਣੇ ਫੋਨ ਖੋਲਦੇ ਹਾਂ, ਨਾਲ ਦੇ ਨਾਲ ਅਰਥ ਵੀ ਚੱਲੀ ਜਾਂਦੇ ਨੇ ਕਿ ਜੋ ਕੁਝ ਅਰਥ ਨੇ, ਪਰ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਕਿ ਕਿਸ ਢੰਗ ਦੇ ਨਾਲ ਇੱਕ ਇੱਕ ਸ਼ਬਦ ਦੀ ਉਹਨਾਂ ਨੇ ਖੋਜ ਕੀਤੀ ਔਰ ਮਿਹਨਤ ਕੀਤੀ। ਉਹ ਲਿਖਦੇ ਨੇ, ਕਹਿੰਦੇ ਵੀ ਗੁਰੂ ਅਮਰਦਾਸ ਦੇ ਮੂੰਹੋਂ ਨਾ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਇੱਕ ਕਢਵਾਇਆ ਗਿਆ, ਅੱਜ ਵੀ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪਾਵਨ ਸ਼ਲੋਕ ਦੇ ਨਾਲ ਜੁੜੇ ਹਾਂ। ਹੁਣ ਵੇਖੋ ਕਿੰਨਾ ਇੱਕ ਪੰਕਤੀ ਦੇ ਅੰਦਰ ਕਿੰਨੇ ਗਹਿਰੇ ਅਰਥ ਭਾਵ ਛੁਪੇ ਨੇ, ਲੇਕਿਨ ਇਸੇ ਹੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲੋਂ ਇਹਨਾਂ ਦੇ ਮੂੰਹੋਂ ਕਢਵਾਇਆ ਜਾਂਦਾ ਹੈ ਕਿ ਸੰਡੇ ਜਿਹੜਾ ਹੈ, ਐਤਵਾਰ ਦਾ ਦਿਨ ਜਿਹੜਾ ਹੈ,
ਜਦੋਂ ਬੰਦਾ ਘਰੋਂ ਨਿਕਲੇ ਪਾਨ ਖਾ ਕੇ ਤੁਰੇ। ਇਹ ਸਾਡੇ ਇਤਿਹਾਸਕ ਗ੍ਰੰਥਾਂ ਦੇ ਵਿੱਚ ਲਿਖਿਆ, ਜਿਹੜੇ ਅਸੀਂ ਸੋ ਕਾਲਡ ਕਹਿ ਸਕਦੇ ਹਾਂ ਕਿ ਐਤਵਾਰ ਨੂੰ ਬੰਦਾ ਤੁਰੇ ਤੇ ਪਾਨ ਖਾ ਕੇ ਤੁਰੇ, ਸੋਮਵਾਰ ਨੂੰ ਆਪਣੇ ਘਰੋਂ ਬਾਹਰ ਨਿਕਲੇ ਤੇ ਸ਼ੀਸ਼ਾ ਦੇਖ ਕੇ ਬਾਹਰ ਨਿਕਲੇ, ਏਦਾਂ ਨਾ ਨਿਕਲੇ, ਮਿਰਰ ਨੂੰ ਵੇਖੇ, ਆਪਣੇ ਆਪ ਨੂੰ ਵੇਖੇ ਤਾਂ ਘਰੋਂ ਬਾਹਰ ਜਾਵੇ। ਜਦੋਂ ਮੰਗਲਵਾਰ ਨੂੰ ਘਰੋਂ ਬਾਹਰ ਕਦਮ ਰੱਖਣਾ ਹੈ ਤੇ ਮੂੰਹ ਦੇ ਅੰਦਰ ਲੌਂਗ ਪਾਵੇ, ਹੋਰ ਬਹੁਤ ਸਾਰੀਆਂ ਉਹਦੇ ਅੰਦਰ ਦਿੱਤੀਆਂ ਹੋਈਆਂ ਨੇ ਵੀ ਆਹ ਚੀਜ਼ ਖਾ ਕੇ ਜਾਵੇ, ਆਹ ਮਿੱਠਾ ਖਾ ਕੇ ਜਾਵੇ, ਆ ਇਸ ਢੰਗ ਦੇ ਨਾਲ ਖਾਵੇ। ਲੂਣ ਖਾਏ ਸ਼ਨੀਵਾਰ ਨੂੰ ਜਦੋਂ ਘਰੋਂ ਬਾਹਰ ਜਾਣਾ ਹੈ, ਤੇ ਹੋਰ ਉਹਨਾਂ ਦੇ ਮੂੰਹੋਂ ਕਢਾਇਆ ਜਾਂਦਾ ਵੀ ਸੰਡੇ ਨੂੰ, ਐਤਵਾਰ ਵਾਲੇ ਦਿਨ ਕੇਸ਼ੀ ਇਸ਼ਨਾਨ ਨਹੀਂ ਕਰਨਾ, ਕੇਸ਼ੀ ਇਸ਼ਨਾਨ ਨਾ ਕਰੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਡੇ ਧਾਰਮਿਕ ਗ੍ਰੰਥਾਂ ਦੇ ਅੰਦਰ ਅੰਕਿਤ ਕਰ ਦਿੱਤੀਆਂ ਗਈਆਂ। ਹੁਣ ਜੇ ਵਿਚਾਰ ਨਹੀਂ ਹੋਵੇਗੀ, ਜੇ ਪਰਖ ਨਹੀਂ ਹੋਵੇਗੀ, ਤੇ ਫਿਰ ਅਸੀਂ ਗੁਰਬਾਣੀ ਦੇ ਨਾਲ ਇਹਨੂੰ ਰਿਲੇਟ ਕਰਕੇ ਨਹੀਂ ਦੇਖ ਪਾਵਾਂਗੇ। ਤੇ ਕੀ ਹੋਏਗਾ, ਅਸੀਂ ਵੀ ਇਹਨਾਂ ਵਿਚਾਰਾਂ ਦੇ ਨਾਲ ਜੁੜ ਕੇ ਸਾਡੇ ਲਾਈਫ ਦੇ ਅੰਦਰ ਵੀ ਉਹ ਸਾਰੇ ਕਰਮਕਾਂਡ ਆ ਜਾਣਗੇ। ਔਰ ਜਿਹੜੇ ਬਹੁਤ ਸਾਰੇ ਕਰਮਕਾਂਡ ਸਾਡੇ ਪਰਿਵਾਰਾਂ ਦੇ ਅੰਦਰ ਆ ਗਏ ਨੇ, ਉਹ ਇਸੇ ਹੀ ਕਰਕੇ ਆਏ ਨੇ ਕਿ ਸਾਡਾ ਜਿਹੜਾ ਡਿਬੇਟ ਦਾ ਕਨਸੈਪਟ ਸੀ, ਸਾਡਾ ਜਿਹੜਾ ਵਿਚਾਰ ਦਾ ਕਨਸੈਪਟ ਸੀ, ਸਾਡਾ ਜਿਹੜਾ ਆਪਸੀ ਗੱਲਬਾਤ ਕਰਨ ਦਾ ਢੰਗ ਔਰ ਤਰੀਕਾ ਸੀ, ਕਿਤੇ ਨਾ ਕਿਤੇ ਅਸੀਂ ਉਹਦੀ ਸੁਹਜਤਾ ਨੂੰ, ਸੁੰਦਰਤਾ ਨੂੰ ਔਰ ਕੋਮਲਤਾ ਨੂੰ ਗਵਾ ਬੈਠੇ। ਇਸ ਕਰਕੇ ਅੱਜ ਵਿਚਾਰ ਚਰਚਾਵਾਂ ਹੁੰਦੀਆਂ ਹੀ ਨਹੀਂ। ਲੋਕੀ ਇਸ ਵਿਚਾਰ ਚਰਚਾ ਨੂੰ ਬਹਿਸ ਦਾ ਨਾਮ ਦੇ ਦਿੰਦੇ ਨੇ, ਔਰ ਉਹ ਚੰਗੀ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ ਹੁੰਦੇ, ਕਿਉਂਕਿ ਇਹਦੇ ਵਿੱਚ ਸਾਡੀ ਆਪਣੀ ਗਲਤੀ ਹੁੰਦੀ ਹੈ। ਸਾਡੇ ਕਹਿਣ ਦਾ ਢੰਗ ਨਹੀਂ ਠੀਕ ਹੁੰਦਾ, ਸਾਡੀ ਬੋਲੀ ਕਈ ਵਾਰੀ ਠੀਕ ਨਹੀਂ ਹੁੰਦੀ, ਅਸੀਂ ਆਪਣਾ ਮੈਸੇਜ ਕਈ ਵਾਰੀ ਦੂਜੇ ਨੂੰ ਸਹੀ ਢੰਗ ਦੇ ਨਾਲ ਕਨਵੇ ਨਹੀਂ ਕਰ ਪਾਉਂਦੇ, ਜਾਂ ਉਸ ਨੂੰ ਸਹੀ ਢੰਗ ਦੇ ਨਾਲ ਅਸੀਂ ਮੋਟੀਵੇਟ ਨਹੀਂ ਕਰ ਪਾਉਂਦੇ। ਇਹਦੇ ਵਿੱਚ ਸਾਡੇ ਵਰਗੇ ਪ੍ਰਚਾਰਕਾਂ ਦੀ ਤੇ ਸਾਡੇ ਵਰਗੇ ਜਿਹੜੇ ਅਸੀਂ ਜਿਹੜੇ ਜ਼ਿੰਮੇਵਾਰ ਲੋਕ ਹਾਂ, ਜਿਹੜੇ ਬਾਣੀ ਨੂੰ ਵਿਚਾਰਦੇ ਹਾਂ, ਸਮਝਦੇ ਹਾਂ, ਔਰ ਜਿਹੜੇ ਉਹ ਮਾਪੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਜਨਰੇਸ਼ਨ ਟੂ ਜਨਰੇਸ਼ਨ ਇਹ ਗਿਆਨ ਨਹੀਂ ਦੇ ਪਾਏ। ਸੋ ਮਹਾਨ ਕੋਸ਼ ਦੇ ਅੰਦਰ ਭਾਈ ਕਾਹਨ ਸਿੰਘ ਨਾਭਾ ਜੀ ਇਹ ਸਾਰੀਆਂ ਚੀਜ਼ਾਂ ਦਾ ਜ਼ਿਕਰ ਕਰਦੇ ਨੇ ਕਿ ਜਿਹੜਾ ਪਾਰਖੂ ਨਹੀਂ ਹੋਵੇਗਾ ਨਾ, ਫਿਰ ਉਹ ਭਟਕ ਜਾਏਗਾ। ਗੁਰੂ ਗੋਬਿੰਦ ਸਿੰਘ ਜੀ ਦੇ ਬਾਬਤ ਨਾ ਇਹ ਬਾਤ ਲਿਖੀ ਹੈ ਉੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਭੀਮ ਚੰਦ ਦੇ ਨਾਲ ਲੜਨਾ ਚਾਹੁੰਦੇ ਸਨ, ਜਿਹੜਾ ਪਹਾੜੀਆ ਰਾਜਾ ਸੀਗਾ। ਭੀਮ ਚੰਦ ਚਾਹੁੰਦਾ ਸੀ ਗੁਰੂ ਸਾਹਿਬ ਦੇ ਨਾਲ ਮੇਰੀ ਸੁਲ੍ਹਾ ਹੋ ਜਾਏ, ਭੀਮ ਚੰਦ ਚਾਹੁੰਦਾ ਹੈ ਕਿ ਗੁਰੂ ਸਾਹਿਬ ਨਾਲ ਮੇਰੀ ਸੁਲ੍ਹਾ ਹੋ ਜਾਏ, ਲੇਕਿਨ ਗੁਰੂ ਸਾਹਿਬ ਜੀ ਕਹਿੰਦੇ ਨੇ ਵੀ ਜੇ ਮੇਰੀ ਇਹਦੇ ਨਾਲ ਸੁਲ੍ਹਾ ਹੋ ਗਈ, ਫਿਰ ਮੈਂ ਝਗੜਾ ਕਿਹਦੇ ਨਾਲ ਕਰਾਂਗਾ। ਇਹ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ, ਔਰ ਇਹਨਾਂ ਗੱਲਾਂ ਨੂੰ ਪ੍ਰਚਾਰਿਆ ਜਾ ਰਿਹਾ ਹੈ। ਵਿਰੋਧੀ ਇਹਨਾਂ ਗੱਲਾਂ ਨੂੰ ਚੁੱਕ ਚੁੱਕ ਕੇ ਹਾਈਲਾਈਟ ਕਰੀ ਜਾਂਦੇ ਨੇ, ਔਰ ਇਹਨਾਂ ਗੱਲਾਂ ਦਾ ਨੁਕਸਾਨ ਵੱਡੇ ਪੱਧਰ ਤੇ ਸਾਡੇ ਹੋ ਹੀ ਜਾਂਦਾ ਹੈ। ਜਿਵੇਂ ਕਿ ਮੈਂ ਜਦੋਂ ਕਲਾਸ ਦੇ ਵਿੱਚ ਜੁੜਿਆ ਤੇ ਉਸ ਵੇਲੇ ਸ਼ਾਇਦ ਜਿਹੜੀ ਗੁਰਦਾਸ ਮਾਨ ਦੀ ਕਹੀ ਹੋਈ ਗੱਲ ਦੇ ਉੱਤੇ ਆਪ ਜੀ ਡਿਬੇਟ ਕਰ ਰਹੇ ਸੋ ਇਹ ਸਾਰੀਆਂ ਗੱਲਾਂ ਇਸੇ ਢੰਗ ਦੇ ਨਾਲ ਨਿਕਲਦੀਆਂ ਨੇ ਕਿ ਵਿਚਾਰ ਚਰਚਾਵਾਂ ਖਤਮ ਹੋ ਗਈਆਂ, ਔਰ ਜੋ ਕੁਝ ਧਾਰਮਿਕ ਗ੍ਰੰਥਾਂ ਵਿੱਚ ਕਿਸੇ ਨੇ ਪੜ੍ਹ ਲਿਆ ਉਸ ਨੂੰ ਹੂਬਹੂ ਜਿਹੜਾ ਹੈ ਉਹ ਉਸ ਨੂੰ ਸਟੇਜਾਂ ਤੇ ਬੋਲ ਦਿੱਤਾ, ਜਾਂ ਉਸ ਨੂੰ ਗਰੁੱਪਸ ਦੇ ਅੰਦਰ ਪਾ ਦਿੱਤਾ, ਔਰ ਉਸ ਨੂੰ ਮੰਨ ਲਿਆ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਹਿੰਦੇ ਨੇ ਵੀ ਉਹ ਕਹਿੰਦੇ ਉਹਨਾਂ ਦੇ ਬਾਬਤ ਲਿਖਿਆ ਵੀ ਕਲਾ ਨੂੰ ਕਿਹਾ ਵੀ ਜਾਓ ਔਰ ਜਾ ਕੇ ਨਾ ਉਸ ਜਹਾਂਗੀਰ ਦੇ ਹਿਰਦੇ ਦੇ ਵਿੱਚ ਵਸ, ਤਾਂ ਕਿ ਮੈਂ ਉਹਦੇ ਨਾਲ ਜੰਗ ਕਰ ਸਕਾਂ। ਯਾਨੀ ਕਿ ਇੱਕ ਕੌਮ ਦੇ ਬਾਬਤ ਸਿੱਖਾਂ ਨੂੰ ਪ੍ਰੇਰਿਆ ਜਾ ਰਿਹਾ ਵੀ ਤੁਸੀਂ ਜਾਓ ਔਰ ਜਾ ਕੇ ਉਸ ਦੂਜੀ ਜਿਹੜੀ ਕੌਮ ਹੈ ਉਹਦੇ ਨਾਲ ਲੜੋ ਜਾ। ਇਹਦੇ ਪਿੱਛੇ ਜਿਹੜੇ ਇਹ ਮੰਤਵ ਦਿਸਦੇ ਨੇ। ਸੋ ਜਦੋਂ ਤੱਕ ਅਸੀਂ ਵਿਚਾਰ ਨਹੀਂ ਕਰਾਂਗੇ, ਪਾਰਖੂ ਨਹੀਂ ਹੋਵਾਂਗੇ, ਤੇ ਅਸੀਂ ਇਸ ਪਾਵਨ ਬਾਣੀ ਦੇ ਔਰ ਗੁਰਮਤ ਦੇ ਸਿਧਾਂਤਾਂ ਦੇ ਨਾਲ ਸਹੀ ਢੰਗ ਦੇ ਨਾਲ ਨਹੀਂ ਜੁੜ ਪਾਵਾਂਗੇ। ਬਾਣੀ ਦੇ ਅੰਦਰ ਇੱਕ ਪ੍ਰਮਾਣ ਆਉਂਦਾ ਹੈ ਕਿ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ ਨਹੀਂ ਗਾਹਕ ਨਹੀਂ ਮੋਲ। ਹਾਂ, ਹੁਣ ਕਈ ਥਾਵਾਂ ਤੇ ਐਸਾ ਵੀ ਹੋ ਜਾਂਦਾ ਹੈ ਕਿ ਜਿੱਥੇ ਸਾਡੇ ਕੋਲ ਉਹ ਸਾਰਾ ਕੁਝ ਹੁੰਦਾ ਹੈ, ਪਰ ਅਗਲੇ ਦਾ ਲੈਵਲ ਉਸ ਟਾਈਪ ਦਾ ਨਹੀਂ ਹੁੰਦਾ, ਜਾਂ ਅਗਲਾ ਸੁਣਨਾ ਹੀ ਨਹੀਂ ਚਾਹੁੰਦਾ, ਜਾਂ ਅਗਲੇ ਦੇ ਕੋਲ ਤੁਹਾਡੇ ਉਸ ਗਿਆਨ ਦਾ, ਜਾਂ ਤੁਹਾਡੀ ਉਸ ਸਮਝ ਦਾ, ਤੁਹਾਡੀ ਉਸ ਨੌਲੇਜ ਦਾ ਉਹਦੇ ਕੋਲ ਰਤਾ ਮਾਸਾ ਵੀ ਉਹ ਤੁਹਾਡੀ ਉਹਦੇ ਬਾਬਤ ਉਸ ਲੈਵਲ ਤੇ ਜਾ ਕੇ ਉਹ ਨਹੀਂ ਸਮਝ ਸਕਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਰਾਮ ਪਦਾਰਥ ਪਾਏ ਕੈ ਕਬੀਰਾ ਗਾਂਠ ਨਾ ਖੋਲ, ਨਹੀਂ ਪੱਟਣ ਨਹੀਂ ਪਾਰਖੂ। ਨਾ ਤੇਰੀ ਇਸ ਵਿਚਾਰਾਂ ਦੀ ਕਿਤੇ ਹੱਟੀ ਮਿਲੇਗੀ, ਨਾ ਕੋਈ ਪਾਰਖੂ ਮਿਲੇਗਾ,
नहीं गाहक नहीं मोल, ना कोई गाहक ही मिलेगा ते ना कोई इस चीज का मुल पाएगा, ना मुल पाएगा। सो कई बारी ऐसा भी हो जाता है कि जिथे जाके साडी इन्हां गल्लां दे बाबत जो असीं विचारां साझियां करते ने कि जिथे जाके अगला बंदा उस गल नूं सुनन वास्ते तैयार नहीं हुंदा, उत्थे कबीर साहब कहंदे ने कि अपना आपा शांत कर लै, अपने आप नूं शांत कर लै। हाँ, अपने मन दे अंदर वो सारे रब्बी गुणां दे विचार वो लगातारता दे नाल सांझी रख, और जिहड़े अपने सज्जन मित्र ने उन्हां दे नाल इह गलबात दा जिहड़ा है वो जिक्र करदा रह। रत्ना सार ना जानी अज्ञानी अंध अंधार क्योंकि उन्हां लोकां नूं इस पावन गुरबाणी दे रत्ना दी सार यानी कि इस गुणा इस पावन गुरबाणी दे गुणा दी सार नहीं हुंदी। वो अज्ञानी ने और वो हनेरे दे अंदर अंधकार दे अंदर अपना जीवन व्यतीत करते ने। रतन गुरु का शब्द है बूझै बूझण हार। हुण ये रतन केड़ा है? रतन केड़ा है? रतन गुरु का शब्द है। हुण इत्थों सानू पता लगता है भी खजाना केड़ा है। इनू स्पष्ट कर देने गुरु अमरदास पातशाह, बिल्कुल स्पष्ट कर दिता भी रतन गुरु का शब्द है बूझै बूझणहार। हुण असीं रतन ओनू ना मान लईए भी 84 जिहड़ी साडी कट्टी जाएगी, जे असीं गोविंदवाल साहब चले गए ते उत्थे जाके ਉਹ ਜਿਹੜੀਆਂ ਪੌੜੀਆਂ ਨੇ ਉਹਦੇ ਉੱਤੇ ਜਾ ਕੇ ਅਸੀਂ ਉਹ ਸਾਰਾ ਜਿਹੜਾ ਅੱਜ ਕੱਲ ਉੱਥੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਉੱਤੇ ਲਿਖਿਆ ਵੀ ਹੋਇਆ ਵੀ ਜਿਹੜਾ ਇੱਕ ਇੱਕ ਪੌੜੀ ਦੇ ਉੱਤੇ ਇਹਨੇ ਪਾਠ ਕਰੇਗਾ ਤੇ ਫਿਰ ਇਸ਼ਨਾਨ ਕਰੇਗਾ ਤੇ ਉਹਦੀ 84 ਕੱਟੀ ਜਾਏਗੀ। ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨਹੀਂ, ਕਹਿੰਦੇ ਵੀ ਰਤਨ ਗੁਰੂ ਦਾ ਸ਼ਬਦ ਹੈ, ਗੁਰੂ ਦਾ ਸ਼ਬਦ ਅਸਲ ਦੇ ਵਿੱਚ ਰਤਨ ਹੈ। ਬੂਝਿਆ ਬੂਝਣਹਾਰ, ਪਰ ਇਹਨੂੰ ਉਹ ਇਨਸਾਨ ਬੁੱਝੇਗਾ ਜਿਹੜਾ ਇਸ ਪਾਵਨ ਗੁਰਬਾਣੀ ਦੇ ਨਾਲ ਪ੍ਰੀਤ ਪਾਏਗਾ। ਮੂਰਖ ਆਪ ਗਣਾਏਂਦੇ ਮਰ ਜੰਮੈ ਹੋਏ ਖੁਆ। ਕਹਿੰਦੇ ਨੇ ਕਿ ਜਿਹੜੇ ਮੂਰਖ ਲੋਕ ਨੇ ਇਹ ਆਪਣੇ ਆਪੇ ਦੇ ਅੰਦਰ ਆਪਣੇ ਉਸ ਹੰਕਾਰ ਦੇ ਅੰਦਰ ਆਪਣਾ ਜੀਵਨ ਬਤੀਤ ਕਰਦੇ ਨੇ। ਆਪਣੇ ਆਪ ਦੇ ਅੰਦਰ ਇੱਕ ਖੁਆਰ ਹੁੰਦੇ ਨੇ ਔਰ ਆਪਣੇ ਆਪ ਨੂੰ ਵੱਡਾ ਜਤਾਉਂਦੇ ਨੇ ਔਰ ਖੁਆਰ ਹੋ ਕੇ ਮਰਦੇ ਤੇ ਜੰਮਦੇ ਰਹਿੰਦੇ ਨੇ। ਜਿਹੜੇ ਵਿਚਾਰ ਨਹੀਂ ਕਰਦੇ, ਜਿਹੜੇ ਗੁਰਬਾਣੀ ਦੇ ਨਾਲ ਜੁੜਦੇ ਨਹੀਂ, ਜਿਹੜੇ ਕੇਵਲ ਗੱਲੀ ਬਾਤੀ ਦੇ ਨਾਲ ਬਾਣੀ ਦੇ ਨਾਲ ਜੁੜਦੇ ਨੇ, ਜੀਵਨ ਦੇ ਅੰਦਰ ਉਸ ਗੱਲ ਨੂੰ ਧਾਰਨ ਨਹੀਂ ਕਰਦੇ, ਤੇ ਕਹਿੰਦੇ ਨੇ ਕਿ ਉਹ ਅਸਲ ਦੇ ਅੰਦਰ ਮਰ ਜੰਮੇ ਹੋਏ ਖੁਆਰ, ਉਹ ਇਸ ਜਗਤ ਦੇ ਅੰਦਰ ਵਾਰ-ਵਾਰ ਰੋਜ਼ਾਨਾ ਦਿਨ ਪ੍ਰਤੀ ਦਿਨ ਨਿਤਾ ਪ੍ਰਤੀ ਜੰਮਦੇ ਤੇ ਮਰਦੇ ਰਹਿੰਦੇ ਨੇ। ਉਹ ਆਪਣੇ ਆਪ ਨੂੰ ਵੱਡਾ ਜਤਾਉਂਦੇ ਰਹਿੰਦੇ ਨੇ ਤੇ ਖੁਆਰ ਹੁੰਦੇ ਰਹਿੰਦੇ ਨੇ, ਜਿਹੜਾ ਇਸ ਗੁਰੂ ਸ਼ਬਦ ਦੇ ਥਾਂ ਹੋਰ ਪਾਸੇ ਲੱਗ ਜਾਂਦੇ। ਨਾਨਕ ਰਤਨਾ ਸੂਲ ਹੈ ਜਿਸ ਗੁਰਮੁਖ ਲਗਾ ਪਿਆ। हे ਨਾਨਕ, ਉਹੀ ਮਨੁੱਖ ਗੁਰੂ ਸ਼ਬਦ ਰਤਨਾ ਨੂੰ ਹਾਸਲ ਕਰਦਾ ਹੈ ਜਿਸ ਨੂੰ ਗੁਰੂ ਦੀ ਰਾਹੀਂ ਗੁਰ ਸ਼ਬਦ ਦੀ ਲਗਨ ਲੱਗਦੀ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਇਹ ਅਰਥ ਕਰਦੇ ਨੇ। ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲਗਾ ਪਿਆਰ। ਹੁਣ ਜਿਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਯਾਨੀ ਕਿ ਜਿਹੜਾ ਲਗਨ ਦੇ ਨਾਲ ਇਸ ਪਾਵਨ ਬਾਣੀ ਦੇ ਨਾਲ ਜੁੜ ਜਾਂਦਾ। ਦੇਖੋ ਵਿਚਾਰਾਂ ਤੇ ਅਸੀਂ ਸਾਰੇ ਕਰਦੇ ਹਾਂ, ਵਿਚਾਰਾਂ ਤੇ ਅਸੀਂ ਕਰਦੇ ਹਾਂ, ਮਿੱਠਾ ਬੋਲਣਾ ਚਾਹੀਦਾ ਹੈ, ਸਾਡੀ ਡਿਬੇਟ ਦਾ ਪੱਧਰ ਜਿਹੜਾ ਹੈ ਐਸਾ ਹੋਣਾ ਚਾਹੀਦਾ ਹੈ, ਸਾਡੇ ਵਿੱਚ ਨਿਮਰਤਾ ਹੋਣੀ ਚਾਹੀਦੀ ਹੈ, ਲੋਕਾਂ ਨੂੰ ਮੁਆਫ ਕਰਨਾ ਚਾਹੀਦਾ ਹੈ। ਇਹ ਤੇ ਵਿਚਾਰ ਹੋ ਗਈ, ਅਸੀਂ ਵਿਚਾਰ ਕਰ ਲਈ, ਵਿਚਾਰ ਸੁਣ ਲਈ, ਪਰ ਸਾਡੇ ਵਿੱਚੋਂ ਕਿੰਨੇ ਪਰਸੈਂਟ ਲੋਕ ਨੇ ਕਿ ਜਿਨ੍ਹਾਂ ਨੇ ਵਿਚਾਰ ਸੁਣ ਕੇ ਆਪਣੇ ਆਪ ਨੂੰ ਚੇਂਜ ਕੀਤਾ, ਲੋਕਾਂ ਨੂੰ ਮੁਆਫ ਕਰਨਾ ਸ਼ੁਰੂ ਕੀਤਾ। ਜਿਹੜੇ ਆਪਣੇ ਸੱਜਣ ਮਿੱਤਰ ਨੇ, ਜਿਹੜੇ ਆਪਣੇ ਰਿਸ਼ਤੇਦਾਰ ਨੇ, ਜਿਨ੍ਹਾਂ ਤੋਂ ਸਾਲਾਂ ਪ੍ਰਤੀ ਜਿਨ੍ਹਾਂ ਦੇ ਨਾਲ ਸਾਡਾ ਬੋਲ ਮੁਹਾਵਸਾ ਜਿਹੜਾ ਨਹੀਂ ਰਿਹਾ, ਜਿਨ੍ਹਾਂ ਤੋਂ ਰੁੱਸੇ ਬੈਠੇ ਆ, ਜਿਨ੍ਹਾਂ ਦੇ ਨਾਲ ਕਦੇ ਬੋਲ ਕਰਕੇ ਸਾਡੀ ਟੁੱਟ ਗਈ, ਕੀ ਇਹ ਵਿਚਾਰ ਤੋਂ ਬਾਅਦ, ਗੁਰਬਾਣੀ ਦੀ ਵਿਚਾਰ ਤੋਂ ਬਾਅਦ, ਕਿ ਸਾਡੇ ਅੰਦਰ ਉਹ ਅਵਸਥਾ ਆਈ ਕਿ ਅਸੀਂ ਉਹਨਾਂ ਨੂੰ ਮੁਆਫ ਕਰਨਾ ਸ਼ੁਰੂ ਕਰ ਦਿੱਤਾ? ਕਿ ਸਾਡੇ ਅੰਦਰ ਇਹ ਚੇਂਜ ਆਇਆ ਕਿ ਅਸੀਂ ਉਹਨਾਂ ਲੋਕਾਂ ਨੂੰ ਮੁਆਫ ਕਰਨਾ ਸ਼ੁਰੂ ਕਰ ਦਿੱਤਾ? ਕਿ ਅਸੀਂ ਆਪਣੇ ਅੰਦਰ ਇਹ ਚੇਂਜ ਲੈ ਕੇ ਆਏ? ਜੇ ਨਹੀਂ ਲੈ ਕੇ ਆਏ, ਜਾਂ ਇੱਕ ਐਗਜ਼ਾਮਪਲ ਅਸੀਂ ਇਹ ਸਾਂਝਾ ਕੀਤਾ ਹੈ ਕਿ ਅਸੀਂ ਲੋਕਾਂ ਨੂੰ ਮੁਆਫ ਨਹੀਂ ਕਰ ਪਾਏ, ਅਸੀਂ ਮਿੱਠਾ ਬੋਲਣਾ ਸ਼ੁਰੂ ਨਹੀਂ ਕੀਤਾ, ਅਸੀਂ ਆਪਣੇ ਅੰਦਰ ਨਿਮਰਤਾ ਧਾਰਨ ਨਹੀਂ ਕੀਤੀ, ਅਸੀਂ ਲੋਕਾਂ ਨੂੰ ਜੱਜ ਕਰਨਾ ਨਹੀਂ ਛੱਡਿਆ, ਇਹਦਾ ਮਤਲਬ ਕਿ ਅਸੀਂ ਵੀ ਵਿਚਾਰ ਨਹੀਂ ਕੀਤੀ। ਇਹ ਵਿਚਾਰ ਅਸੀਂ ਕਰ ਜ਼ਰੂਰ ਰਹੇ ਹਾਂ,
ਪਰ ਅਸਲ ਦੇ ਵਿੱਚ ਵਿਚਾਰ ਕਰਨ ਦਾ ਭਾਵ ਕੀ ਹੈ? ਵਿਚਾਰ ਕਰਨ ਦਾ ਭਾਵ ਇਹ ਹੈ ਕਿ ਜਦੋਂ ਅਸੀਂ ਗੁਰੂ ਦੀ ਗੱਲ ਸੁਣਨ ਤੇ ਮੰਨਣ ਲੱਗ ਪੈਂਦੇ, ਮਤ ਵਿੱਚ ਰਤਨ ਜਵਾਹਰ ਮਾਣਿਕ, ਜਿਸ ਰਤਨ ਦੀ ਗੱਲ ਹੋ ਰਹੀ ਹੈ, ਫਿਰ ਮਤ ਦੇ ਅੰਦਰ ਇਹ ਸਾਰਾ ਕੁਝ ਪਿਆ ਹੈ। ਗੁਰਬਾਣੀ ਦੇ ਰਾਹੀਂ ਅੰਤਰ ਕੁਟਾ ਅੰਮ੍ਰਿਤ ਭਰਿਆ, ਸ਼ਬਦੈ ਕਾੜ ਪੀਐ ਪਨਹਾਰੀ, ਰਤਨ ਤੇ ਅੰਦਰ ਵੀ ਮੌਜੂਦ ਹੈ। ਪਰ ਜਦੋਂ ਅਸੀਂ ਗੁਰੂ ਦੇ ਸ਼ਬਦ, ਜਿਹੜਾ ਇਹ ਵੀ ਰਤਨ ਹੈ, ਇਹਦੇ ਨਾਲ ਜੁੜਦੇ ਹਾਂ, ਤੇ ਫਿਰ ਅਸੀਂ ਆਪਣੇ ਮਨ ਦੇ ਅੰਦਰ ਜਿਹੜੇ ਰਤਨ ਮੌਜੂਦ ਨੇ, ਮਤ ਦੇ ਵਿੱਚ ਰਤਨ ਮੌਜੂਦ ਨੇ, ਮਤ ਵਿੱਚ ਰਤਨ ਜਵਾਹਰ ਮਾਣਿਕ, ਪਰ ਮਿਲਦੇ ਕਿਹਨੂੰ ਨੇ? ਜੇ ਇੱਕ ਗੁਰ ਕੀ ਸਿੱਖ ਸੁਣੀ, ਜਿਹੜੇ ਇਸ ਪਾਵਨ ਗੁਰੂ ਦੀ ਸਿੱਖਿਆ ਨੂੰ ਸੁਣਦਾ ਹੈ, ਮੰਨਦਾ ਹੈ, ਔਰ ਮੰਨ ਕੇ ਉਹਨੂੰ ਧਾਰਨ ਕਰਨ ਦਾ ਯਤਨ ਕਰਦਾ ਹੈ ਕਿ ਅੱਜ ਮੇਰੀ ਵਿਚਾਰ ਹੋਈ ਸੀ, ਮੈਂ ਕ੍ਰੋਧ ਨਹੀਂ ਕਰਨਾ, ਮੈਂ ਹੰਕਾਰ ਨਹੀਂ ਕਰਨਾ, ਮੈਂ ਅੱਜ ਵਿਚਾਰ ਸਾਂਝੀ ਕੀਤੀ ਹੈ, ਇੱਕ ਸ਼ਬਦ ਆਇਆ ਹੈ ਜਿਸ ਸ਼ਬਦ ਦੇ ਅੰਦਰ ਮੈਨੂੰ ਇਹ ਸੰਦੇਸ਼ ਮੇਰੇ ਗੁਰੂ ਸਾਹਿਬ ਨੇ ਦਿੱਤਾ ਹੈ ਕਿ ਮੈਂ ਲਾਲਚ ਨਹੀਂ ਕਰਨਾ, ਮੈਂ ਸੱਚ ਬੋਲਣਾ ਹੈ। ਵਿਚਾਰਾਂ ਤੇ ਇੱਕ ਨਹੀਂ ਬੇਅੰਤ ਵਾਰੀ ਹੋਈਆਂ, ਪਰ ਚੇਂਜ ਅਸੀਂ ਕਿੰਨਾ ਕੀਤਾ? ਅਸੀਂ ਆਪਣੇ ਆਪ ਨੂੰ ਸਮਝਣਾ ਹੈ, ਆਪਣੇ ਆਪ ਨੂੰ ਜਾਣਨਾ ਹੈ, ਅਸੀਂ ਸੈਲਫ ਐਨਾਲਾਈਸਿਸ ਕਰਨਾ ਹੈ, ਅਸੀਂ ਆਪਣੇ ਅੰਤਰ ਝਾਤ ਮਾਰਨੀ ਹੈ ਕਿ ਮੈਂ ਕਿੰਨਾ ਚੇਂਜ ਕੀਤਾ। ਫਿਰ ਅਸੀਂ ਮੰਨ ਸਕਦੇ ਹਾਂ ਕਿ ਸਾਡੀ ਉਹ ਵਿਚਾਰ ਕਰਨੀ ਸਫਲੀ ਹੋਈ। ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਰਤਨਾ ਸੋਲ ਹੈ ਜਿਸ ਗੁਰਮੁਖ ਲਗੈ ਪਿਆਰ। ਜਿਹੜਾ ਇਸ ਪਾਵਨ ਗੁਰੂ ਸ਼ਬਦ ਦੇ ਨਾਲ ਉਹ ਪਿਆਰ ਹਾਸਲ ਕਰਦਾ ਹੈ, ਉਹ ਪਿਆਰ ਕਰਦਾ ਹੈ ਇਸ ਸਿੱਖਿਆ ਦੇ ਨਾਲ, ਫਿਰ ਉਹਦੇ ਜੀਵਨ ਦੇ ਅੰਦਰ ਇਹ ਰਤਨ ਉਸਨੂੰ ਪ੍ਰਾਪਤ ਹੋ ਜਾਂਦਾ ਹੈ। ਪਿਆਰ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਮੈਨੂੰ ਆਪਣੇ ਸ਼ੁਭ ਗੁਣਾਂ ਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਜਾਏ। ਜੇ ਗੁਰਬਾਣੀ ਮੈਨੂੰ ਸੰਦੇਸ਼ ਦਿੰਦੀ ਹੈ ਕਿ ਨਿਮਰ ਰਹਿਣਾ ਜ਼ਰੂਰੀ ਹੈ, ਮੈਂ ਭ੍ਰਸ਼ਟ ਹੋ ਜਾਣਾ, ਮੈਂ ਫਟ ਜਾਣਾ ਕਿਸੇ ਦੇ ਸਾਹਮਣੇ, ਮੈਂ ਲਾਲਚ ਦੇ ਅਧੀਨ ਹੋ ਜਾਂਦਾ, ਕਿਤੇ ਮੇਰਾ ਆਪਣਾ ਆਪਾ ਜਿਹੜਾ ਹੈ, ਮੇਰੀ ਹੰਕਾਰ ਜਿਹੜਾ ਹੈ, ਉਹ ਮੇਰੇ ਕੋਲ ਕੰਟਰੋਲ ਨਹੀਂ ਹੁੰਦਾ। ਜਿਸ ਦਿਨ ਸਾਨੂੰ ਆਪਣੇ ਸ਼ੁਭ ਗੁਣਾਂ ਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ, ਚੰਗੇ ਸ੍ਰੇਸ਼ਟ ਗੁਣਾਂ ਦੇ ਨਾਲ, ਦਇਆ, ਧਰਮ, ਸੰਤੋਖ, ਸੱਚ ਬੋਲਣਾ, ਨਿਮਰ ਰਹਿਣਾ, ਪੇਸ਼ੈਂਸ ਰੱਖਣੀ, ਜਦੋਂ ਇਹਨਾਂ ਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ ਨਾ, ਕਿ ਅੱਜ ਮੈਂ ਉਸ ਸਿਚੁਏਸ਼ਨ ਦੇ ਵਿੱਚ, ਜਿਸ ਸਿਚੁਏਸ਼ਨ ਦੇ ਅੰਦਰ ਮੇਰਾ ਨੁਕਸਾਨ ਹੋ ਸਕਦਾ ਸੀ, ਕਿਸੇ ਹੋਰ ਦਾ ਨੁਕਸਾਨ ਹੋ ਸਕਦਾ ਸੀ, ਮੈਂ ਆਪਣੇ ਆਪ ਨੂੰ ਸੈਂਟਰਲਾਈਜ਼ ਰੱਖਿਆ, ਮੈਂ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖਿਆ, ਮੈਂ ਪੇਸ਼ੈਂਸ ਦੇ ਨਾਲ ਰਿਹਾ। ਤੇ ਜਦੋਂ ਮੈਂ ਇਸ ਭਾਵ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਇਸ ਇਮੋਸ਼ਨ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਸਾਹਿਬ ਕਹਿੰਦੇ ਨੇ ਫਿਰ ਉਸ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਔਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਉਸ ਦਰਸਾਏ ਹੋਏ ਮਾਰਗ ਦੇ ਉੱਤੇ, ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ਦੇ ਉੱਤੇ ਤੁਰ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰ ਹਾਸਲ ਕਰਨਾ ਸ਼ੁਰੂ ਕਰ ਦਿੰਦਾ ਹੈ। ਸਦਾ ਸਦਾ ਨਾਮ ਉਚਰੈ, ਹਰ ਨਾਮੋ ਨਿਤ ਵਿਵਹਾਰ। ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਨਾਮ ਜਪਣਾ ਹੀ ਉਸਦਾ ਨਿਤ ਦਾ ਵਿਹਾਰ ਬਣ ਜਾਂਦਾ ਹੈ, ਯਾਨੀ ਕਿ ਉਹਦਾ ਬਿਹੇਵ ਦੇ ਵਿੱਚ ਸ਼ਾਮਲ ਹੋ ਜਾਂਦਾ ਹੈ। ਉਹ ਨਾਮ ਜਪਦਾ ਹੈ। ਦੇਖੋ, ਤਿੰਨ ਚੀਜ਼ਾਂ ਆਪਾਂ ਡਿਸਕਸ਼ਨ ਆਮ ਤੌਰ ਤੇ ਆਪਨੇ ਸੁਣੀ ਵੀ ਹੋਣੀ, ਕਿ ਪਹਿਲੀ ਗੱਲ ਦਸਤਾਰ, ਦਸਤਾਰ ਦਾ ਮਤਲਬ ਬੰਦੇ ਦੀ ਬਾਹਰੀ ਦਿੱਖ, ਕਿਉਂਕਿ ਬਾਹਰੀ ਦਿੱਖ ਜਿਹੜੀ ਜਿਵੇਂ ਦੀ ਹੋਵੇਗੀ, ਸਾਡਾ ਜਿਹੜਾ ਡਰੈਸ ਸੈਂਸ ਜਿੱਦਾਂ ਦੀ ਹੁੰਦੀ ਹੈ, ਸਾਡੀ ਦਸਤਾਰ, ਸਾਡੀ ਡਰੈਸ ਸੈਂਸ ਜਿੱਦਾਂ ਦੀ ਹੋਵੇਗੀ, ਜਾਂ ਸਾਡਾ ਜਿਹੜਾ ਬਾਹਰੀ ਜਿਹੜਾ ਬਹਿਰੂਨੀ ਆਵਰਣ ਹੁੰਦਾ ਹੈ, ਇਸ ਤੋਂ ਬਹੁਤ ਜ਼ਿਆਦਾ ਇਨਸਾਨ ਦੀ ਪਰਸਨੈਲਿਟੀ ਪਤਾ ਲੱਗ ਜਾਂਦੀ ਹੈ। ਜਿੱਦਾਂ ਕਈ ਭੈਣਾਂ ਨੇ ਕੰਨ ਛੇਦੇ ਹੁੰਦੇ ਨੇ, ਕਈ ਥਾਵਾਂ ਤੋਂ ਬਹੁਤ ਸਾਰੇ ਔਰਨਾਮੈਂਟਸ ਪਾਏ ਹੁੰਦੇ ਨੇ, ਬਹੁਤ ਸਾਰਾ ਜਿਹੜਾ ਭੜਕੀਲਾ ਜਿਹੜਾ ਹੈ ਉਹ ਵਸਤਰ ਪਾਇਆ ਹੁੰਦਾ ਹੈ। ਬਹੁਤਾ ਟਾਈਮ ਨਹੀਂ ਲੱਗਦਾ ਕਿ ਉਹਦੀ ਪਰਸਨੈਲਿਟੀ ਨੂੰ ਸਮਝਣ ਦੇ ਵਾਸਤੇ। ਜਾਂ ਅੱਜ ਕੱਲ ਦੇ ਜਿਹੜੇ ਮੁੰਡੇ ਨੇ, ਜਿਸ ਰੂਪ ਦੇ ਅੰਦਰ ਉਹਨਾਂ ਦੇ ਹੇਅਰ ਸਟਾਈਲਸ ਹੁੰਦੇ ਨੇ, ਜਾਂ ਜਿਵੇਂ ਦਾ ਉਹਨਾਂ ਦੀ ਬਾਹਰੀ ਦਿੱਖ ਹੁੰਦੀ ਹੈ, ਬਹੁਤਾ ਟਾਈਮ ਨਹੀਂ ਲੱਗਦਾ। ਇਸ ਕਰਕੇ ਸਿਆਣੇ ਕਹਿੰਦੇ ਨੇ ਦਸਤਾਰ ਗੁਫਤਾਰ। ਪਰ ਹਾਂ, ਜੇ ਕਿਸੇ ਦੀ ਦਸਤਾਰ ਜਾਂ ਜਿਹੜਾ ਬੜਾ ਬੀਬਾ ਜਿਸਨੇ ਕੱਪੜਾ ਜਿਹੜਾ ਲੱਗਦਾ ਹੋਵੇ, ਕੱਪੜੇ ਸਾਦੇ ਪਾਏ ਹੋਣ, ਜਿੱਦਾਂ ਕਿ ਬਾਣੀ ਦੇ ਅੰਦਰ ਇਹ ਵੀ ਆਖਿਆ ਵੀ ਬਗਲਾ ਦੀ ਨਿਆਈ ਹੋਵੇ, ਯਾਨੀ ਕਿ ਚਿੱਟ ਕੱਪੜੀਆ ਹੋਵੇ, ਦਸਤਾਰ ਵੀ ਸੋਹਣੀ ਬਣੀ ਹੋਵੇ, ਧਾਰਮਿਕ ਵੀ ਲੱਗਦਾ ਹੋਵੇ, ਪਰ ਜਦੋਂ ਬੋਲੇਗਾ, ਜਦੋਂ ਗੱਲਬਾਤ ਕਰੇਗਾ, ਫਿਰ ਉਸ ਤੋਂ ਅਹਿਸਾਸ ਹੋ ਜਾਵੇਗਾ ਕਿ ਇਹਦੀ ਗੱਲਬਾਤ ਦਾ ਜਿਹੜਾ ਲੈਵਲ ਕੈਸਾ ਹੈ, ਇਹ ਕਿਸ ਰੂਪ ਦੇ ਅੰਦਰ ਆਪਣੇ ਜੀਵਨ ਨੂੰ ਜੀ ਰਿਹਾ ਹੈ, ਕਿੱਦਾਂ ਦੀ ਐਸੀ ਜ਼ਿੰਦਗੀ ਹੈ। ਚਲੋ, ਇਹਨਾਂ ਦੋਨਾਂ ਤੋਂ ਵੀ ਕੋਈ ਬੰਦਾ ਭਰਮਾ ਸਕਦਾ ਹੈ। ਪਰ ਤੀਜੀ ਗੱਲ ਆ ਜਾਂਦੀ ਹੈ ਰਫਤਾਰ। ਰਫਤਾਰ ਦਾ ਮਤਲਬ ਹੁੰਦਾ ਸਾਡਾ ਟੋਟਲੀ ਪਰਸਨੈਲਿਟੀ ਦਾ ਬਿਹੇਵੀਅਰ ਜਿਹੜਾ ਆ ਜਾਂਦਾ ਹੈ,
ਸਾਡਾ ਬਿਹੇਵੀਅਰ कैसा है, ਉਹ ਬਿਹੇਵੀਅਰ ਦੀ ਗੱਲ ਗੁਰੂ ਸਾਹਿਬ ਜੀ ਇਸ ਪਾਵਨ ਪੰਕਤੀ ਦੇ ਅੰਦਰ ਕਰਦੇ ਨੇ ਕਿ ਸਦਾ ਸਦਾ ਨਾਮ ਉਚਰੈ ਹਰ ਨਾਮੋ ਨਿਤ ਵਿਵਹਾਰ। ਉਹ ਮਨੁੱਖ ਸਦਾ ਪ੍ਰਭੂ ਦਾ ਨਾਮ ਜਪਦਾ ਹੈ, ਸਦਾ ਗੁਣਾ ਦੇ ਨਾਲ ਜੁੜਿਆ ਰਹਿੰਦਾ ਹੈ। ਨਾਮ ਜਪਣਾ ਹੀ ਉਸਦਾ ਨਿਤ ਦਾ ਵਿਹਾਰ ਬਣ ਜਾਂਦਾ ਹੈ, ਉਹਦਾ ਬਿਹੇਵੀਅਰ ਦੇ ਅੰਦਰ ਉਹ ਚੀਜ਼ ਆ ਜਾਂਦੀ ਹੈ। ਫਿਰ ਉਹਦੀ ਸ਼ਖਸੀਅਤ ਦੇ ਅੰਦਰ ਉਹਨੂੰ ਉਚੇਚ ਕਰਕੇ ਉਹ ਸ਼ੁਭ ਗੁਣ ਲਿਆਉਣੇ ਨਹੀਂ ਪੈਂਦੇ, ਉਹਦੀ ਸ਼ਖਸੀਅਤ ਦੇ ਅੰਦਰ ਉਹ ਚੀਜ਼ਾਂ ਝਲਕਣੀਆਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਕਹਿੰਦੇ ਕਿ ਲੁੱਕ ਲਾਈਕ ਅ ਸਿੱਖ, ਸਿੱਖਾਂ ਦੀ ਦਿੱਖ ਵੀ ਹੋਵੇ ਨਾ, ਸਿੱਖ ਜੇ ਮੈਂ ਕਹਿ ਰਿਹਾ ਮੈਂ ਸਿੱਖ ਹਾਂ, ਲੁੱਕ ਲਾਈਕ ਅ ਸਿੱਖ। ਫਿਰ ਕਹਿੰਦੇ ਕਿ ਥਿੰਕ ਲਾਈਕ ਅ ਸਿੱਖ, ਫਿਰ ਸੋਚਣੀ ਵੀ ਮੇਰੀ ਸਿੱਖਾਂ ਵਰਗੀ ਹੋਵੇ, ਮੈਂ ਸਿੱਖ ਦੀ ਤਰ੍ਹਾਂ ਐਜ਼ ਅ ਸਿੱਖ ਸੋਚ ਸਕਾਂ ਗੁਰੂ ਸਾਹਿਬ ਮੈਨੂੰ ਕੀ ਸਮਝਾਉਣਾ ਚਾਹ ਰਹੇ ਨੇ। ਫਿਰ ਬਿਹੇਵ ਲਾਈਕ ਅ ਸਿੱਖ, ਫਿਰ ਨਿਰਾ ਮੈਂ ਗੱਲੀ ਬਾਤੀ ਨਾ ਹੋਵਾਂ, ਮੈਂ ਵਿਚਾਰ ਤੱਕ ਸੀਮਿਤ ਨਾ ਹੋਵਾਂ, ਵਿਚਾਰ ਨੂੰ ਆਪਣੇ ਜੀਵਨ ਦੇ ਅਧੀਨ ਉਹਨੂੰ ਵਸਾ ਕੇ ਫਿਰ ਮੈਂ ਬਿਹੇਵ ਵੀ ਕਰਨਾ ਸ਼ੁਰੂ ਕਰ ਦੇਵਾਂ, ਮੈਂ ਕਿਸੇ ਦੀ ਹੈਲਪ ਕਰਨਾ ਸ਼ੁਰੂ ਕਰ ਦੇਵਾਂ, ਮੈਂ ਕਿਸੇ ਨੂੰ ਆਪਣੇ ਵੱਲੋਂ ਜੋ ਮੇਰੇ ਗੁਰੂ ਸਾਹਿਬ ਨੇ ਮੈਨੂੰ ਹੁਕਮ ਦਿੱਤਾ ਹੈ, ਮੈਂ ਆਪਣੀ ਸ਼ਖਸੀਅਤ ਦੇ ਅੰਦਰ ਮੈਂ ਆਪਣੀ ਕਮੀ ਨੂੰ ਲੱਭ ਕੇ ਉਸ ਨੂੰ ਦੂਰ ਕਰਨਾ ਸ਼ੁਰੂ ਕਰ ਦੇਵਾਂ। ਆਪਣੇ ਬਿਹੇਵੀਅਰ ਦੇ ਅੰਦਰ, ਬਿਹੇਵ ਦੇ ਵਿੱਚ ਮੈਂ ਇਸ ਪਾਵਨ ਗੁਰਬਾਣੀ ਨੂੰ ਲਿਆਉਣਾ ਸ਼ੁਰੂ ਕਰ ਦੇਵਾਂ ਔਰ ਨਿਤਾ ਪ੍ਰਤੀ ਆਪਣੀ ਇਸ ਪਾਵਨ ਬਾਣੀ ਦੇ ਨਾਲ ਜੁੜ ਸਕਾਂ ਔਰ ਆਪਣੇ ਅੰਦਰ ਚੇਂਜ ਲਿਆ ਸਕਾਂ। ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰਤਾਰ। ਉਰ ਕਹਿੰਦੇ ਨੇ ਹਿਰਦੇ ਨੂੰ, ਮਨ ਔਰ ਹਿਰਦਾ ਲਗਭਗ ਇਹਦੇ ਜਿਹੜੇ ਅਰਥ ਕੀਤੇ ਨੇ, ਭਾਵ ਅਰਥ ਕੀਤੇ ਨੇ ਸਾਡੇ ਵਿਦਵਾਨਾਂ ਨੇ, ਉਹ ਸੇਮ ਹੀ ਕੀਤੇ ਨੇ। ਜੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸ਼ੁਭ ਗੁਣਾਂ ਦੇ ਨਾਲ ਮੈਂ ਜੁੜਾਂ, ਆਪਣੇ ਆਪ ਨੂੰ, ਆਪਣੇ ਮਨ ਨੂੰ ਮੈਂ ਉਸ ਢੰਗ ਦਾ ਤਿਆਰ ਕਰ ਲਵਾਂ, ਯਾਨੀ ਕਿ ਮੈਂ ਭਾਂਡਾ ਆਪਣਾ ਤਿਆਰ ਕਰ ਲਵਾਂ ਕਿ ਇਸ ਪਾਵਨ ਬਾਣੀ ਨੂੰ ਅੰਦਰ ਅਮਾਉਣ ਔਰ ਅੰਦਰ ਸਮਾਉਣ ਦੇ ਵਾਸਤੇ ਹੁਣ ਮੇਰੀ ਉਹ ਥਾਂ ਸਾਵੀ ਪੱਧਰੀ ਹੋ ਚੁੱਕੀ ਹੈ। ਜਿੱਦਾਂ ਬੰਜਰ ਜ਼ਮੀਨ ਹੁੰਦੀ ਹੈ ਨਾ, ਬੰਜਰ ਜ਼ਮੀਨ ਦੇ ਵਿੱਚ ਮੈਂ ਹਿਸਾਰ ਸਾਈਡ ਥੋੜਾ ਜਿਹਾ ਟਾਈਮ ਬਤੀਤ ਕੀਤਾ ਹੈ, ਜਿਹੜਾ ਇੱਥੋਂ ਬਾਂਦਰ ਦਾ ਇਲਾਕਾ ਹੈ, ਰਾਜਸਥਾਨ ਦਾ ਬਾਰਡਰ ਪੈ ਜਾਂਦਾ ਉੱਥੇ। ਉੱਥੇ ਬਹੁਤ ਲੋਕ ਸੀ ਜਿਹੜੇ ਯਤਨ ਕਰਦੇ ਸਨ ਵੀ ਸਾਡੇ ਇਸ ਏਰੀਆ ਦੇ ਵਿੱਚ ਵੀ ਜ਼ਰਖੇਜ਼ ਹੋ ਜਾਵੇ ਧਰਤੀ। ਬੰਜਰ ਧਰਤੀ ਸੀਗੀ, ਬਿਲਕੁਲ ਬੰਜਰ ਧਰਤੀ, ਰੇਤੀਲਾ ਇਲਾਕਾ ਸੀ, ਜਿਹੜਾ ਬੀ ਪਾਇਆ ਜਾਂਦਾ ਸੀ ਖਤਮ ਹੋ ਜਾਂਦਾ ਸੀ। ਕਾਰਨ ਸੀਗਾ ਕਿ এনवायरमेंट ਪ੍ਰੋਪਰ ਨਹੀਂ ਸੀ ਮਿਲ ਰਿਹਾ। ਹੁਣ ਐਸੀ ਗੱਲ ਨਹੀਂ ਕਿ ਉਹਨਾਂ ਲੋਕਾਂ ਕੋਲ ਪੈਸਾ ਨਹੀਂ ਸੀ, ਕਿ ਉਹ ਉੱਥੇ ਪਾਣੀ ਦੀ ਥੋੜਾ ਹੈ, ਪਾਣੀ ਵੀ ਉੱਥੇ ਪ੍ਰੋਵਾਈਡ ਕਰ ਦਿੱਤਾ ਗਿਆ, ਪਰ ਅੱਜ ਵੀ ਉਹ ਫਸਲ, ਉਹ ਖੇਤੀ ਉਹ ਨਹੀਂ ਹੁੰਦੀ ਜਿਹੜੀ ਫਸਲ ਖੇਤੀ ਐਗਰੀਕਲਚਰ ਅਸੀਂ ਹਰਿਆਣਾ ਔਰ ਪੰਜਾਬ ਦੇ ਅੰਦਰ, ਕੁਝ ਯੂਪੀ ਦੇ ਇਲਾਕਿਆਂ ਦੇ ਵਿੱਚ ਦੇਖ ਲੈਂਦੇ। ਸੋ ਇਸੇ ਤਰ੍ਹਾਂ ਇਹ ਵਿਚਾਰਾਂ ਹੋ ਰਹੀਆਂ ਨੇ, ਪਰ ਕੀ ਸਾਡੀ ਉਹ ਕਲਰਾਠੀ ਧਰਤੀ ਹੈ, ਸਾਡੀ ਉਹ ਸੋਚ, ਸਾਡਾ ਮਨ, ਸਾਡਾ ਮਾਈਂਡ ਕੀ ਇਸ ਪਾਵਨ ਬਾਣੀ ਨੂੰ ਗ੍ਰੈਬ ਕਰਨ ਵਾਸਤੇ ਤਿਆਰ ਹੈ? ਕਿ ਅਸੀਂ ਤਿਆਰ ਕੀਤਾ ਇਸ ਨੂੰ ਅਮਾਉਣ ਔਰ ਸਮਾਉਣ ਦੇ ਵਾਸਤੇ? ਵੀ ਪ੍ਰਫੁੱਲਤ ਨਹੀਂ ਹੋ ਰਿਹਾ, ਇਹਦਾ ਮਤਲਬ ਚੇਂਜ ਨਹੀਂ ਆ ਰਿਹਾ, ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਘਾਟ ਹੈ, ਕਿਤੇ ਕਿਸੇ ਲੈਵਲ ਤੇ ਜਾ ਕੇ ਕਿਤੇ ਨਾ ਕਿਤੇ ਕੋਈ ਕਮੀ ਹੈ, ਕਿਉਂਕਿ ਇਹ ਤੇ ਕੰਪਲੀਟ ਹੈ ਆਪਣੇ ਆਪ ਦੇ ਅੰਦਰ। ਇਹ ਕੰਪਲੀਟ ਇੰਸਟੀਟਿਊਸ਼ਨ ਹੈ ਪਾਵਨ ਬਾਣੀ, ਇਹ ਗੁਰੂ ਸਾਹਿਬ ਦੀ ਜਿਹੜੀ ਸੋਚ ਹੈ। ਸਾਡੇ ਅੰਦਰ ਕਿਤੇ ਨਾ ਕਿਤੇ ਕੋਈ ਕਮੀ ਹੈ ਜੋ ਅਸੀਂ ਆਪਣੇ ਬਿਹੇਵ ਨੂੰ ਚੇਂਜ ਨਹੀਂ ਕਰ ਪਾ ਰਹੇ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾਂ ਉਰਤਾਰ। ਜੇ ਮੈਂ ਆਪਣੇ ਆਪ ਨੂੰ ਤਿਆਰ ਕਰ ਲਵਾਂ ਤਾਂ ਮੈਂ ਉਹਦੀ ਨਜ਼ਰੇ ਇਨਾਇਤ ਦਾ ਪਾਤਰ ਬਣ ਸਕਦਾ, ਮੈਂ ਕਿਰਪਾ ਦਾ ਪਾਤਰ ਬਣ ਸਕਦਾ। ਫਿਰ ਮੇਰੇ ਉੱਤੇ ਰਹਿਮਤ ਹੋਵੇਗੀ, ਮੇਰੇ ਉੱਤੇ ਵੀ ਉਹ ਵਰਖਾ ਹੋਵੇਗੀ ਔਰ ਮੈਂ ਵੀ ਆਪਣੀ ਸ਼ਖਸੀਅਤ ਨੂੰ ਤਬਦੀਲ ਕਰ ਸਕਦਾ ਹਾਂ। ਮਹਿਲਾ ਤੀਜਾ, ਸਤਿਗੁਰ ਕੀ ਸੇਵ ਨਾ ਕੀਨੀਆਂ ਹਰ ਨਾਮ ਨਾ ਲੱਗੋ ਪਿਆਰ। ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਦੱਸੀ ਕਾਰ ਨਹੀਂ ਕੀਤੀ, ਜਿਨ੍ਹਾਂ ਦੀ ਲਗਨ ਪ੍ਰਭੂ ਦੇ ਨਾਮ ਵਿੱਚ ਨਹੀਂ ਬਣੀ, ਹਰ ਨਾਮ ਨਾ ਲੱਗੋ ਪਿਆਰ। ਮਤ ਤੁਮ ਜਾਣੋ ਓਏ ਜੀਮ ਦੇ, ਓਏ ਆਪ ਮਾਰੇ ਕਰਤਾਰ। ਇਹ ਨਾ ਸਮਝੋ ਬੰਦੇ ਜਿਉਂਦੇ ਨੇ, ਉਹਨਾਂ ਨੂੰ ਕਰਤਾਰ ਨੇ ਆਪ ਹੀ ਆਤਮਿਕ ਮੋਤੇ ਮਾਰ ਦਿੱਤਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਨ੍ਹਾਂ ਨੇ ਸੇਵਾ ਨਹੀਂ ਕੀਤੀ, ਜਿਹੜੇ ਨਾਮ ਦੇ ਨਾਲ, ਪਿਆਰ ਦੇ ਨਾਲ ਵਿੱਚ ਨਹੀਂ ਜੁੜੇ, ਤੇ ਕਰਤਾਰ ਹਥਿਆਰਾ ਬਣ ਜਾਂਦਾ ਹੈ। ਕਰਤਾਰ ਹਥਿਆਰਾ ਤੇ ਨਹੀਂ ਨਾ, ਰੱਬ ਹਥਿਆਰਾ ਤੇ ਨਹੀਂ, ਕਰਤਾਰ ਹਥਿਆਰਾ ਨਹੀਂ। ਤੇ ਫਿਰ ਇੱਥੇ ਕੀ ਭਾਵ ਹੋਇਆ ਇਹਦਾ?
ਮਤ ਤੁਮ ਜਾਣੋ ਉਹ ਜੀਮ ਦੇ। ਆ ਜਿਹੜਾ ਕੁਦਰਤ ਦੇ ਜਿਹੜੇ ਨਿਯਮਾਵਲੀ ਬਣਾਈ ਹੈ, ਜਿਸ ਸਿਸਟਮ ਦੇ ਨਾਲ ਅਸੀਂ ਚੱਲ ਰਹੇ ਹਾਂ ਸਾਰਾ ਦਾ ਸਾਰਾ, ਜੀਵਨ ਕਾਰ ਜਿਹੜੀ ਸਾਡੀ ਜੀਵਨ ਰੇਖਾ ਚੱਲੀ ਆ ਰਹੀ ਹੈ, ਇਹ ਅਸਲ ਦੇ ਅੰਦਰ ਉਹਦੇ ਅਟਲ ਸਿਧਾਂਤ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਸਤਨਾਮ, ਜਿਹਨੂੰ ਅਸੀਂ ਕਹਿੰਦੇ ਇੱਕ ਓੰਕਾਰ। ਅਟਲ ਸਿਧਾਂਤ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ, ਜਿਹੜਾ ਇਸ ਅਟਲ ਸਿਧਾਂਤ ਨੂੰ, ਅਟਲ ਨਿਯਮ ਨੂੰ, ਲਾਜ਼ ਆਫ ਨੇਚਰ ਨੂੰ ਸਮਝ ਲੈਂਦਾ ਹੈ ਔਰ ਸਮਝ ਕੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਉਹ ਅਸਲ ਦੇ ਅੰਦਰ ਜਿਉਂਦਿਆਂ ਦੀ ਸ਼੍ਰੇਣੀ ਦੇ ਵਿੱਚ ਆ ਜਾਂਦਾ ਹੈ। ਤੇ ਜਿਹੜਾ ਇਸ ਲਾਜ਼ ਆਫ ਨੇਚਰ ਨੂੰ ਜਾਂ ਜਿਹੜਾ ਇਸ ਕੁਦਰਤ ਦੇ ਨਿਯਮਾਵਲੀ ਨੂੰ ਗੁਰਬਾਣੀ ਦੇ ਮੁਤਾਬਕ ਨਹੀਂ ਸਮਝਦਾ, ਜੋ ਗੁਰਬਾਣੀ ਨੇ ਸਾਨੂੰ ਸਿੱਖਿਆਵਾਂ ਦਿੱਤੀਆਂ ਨੇ, ਉਹ ਆਪ ਮਾਰੇ ਕਰਤਾਰ ਕਹਿੰਦੇ, ਫਿਰ ਉਹ ਇਹਨਾਂ ਨਿਯਮਾਂ ਦੇ ਅਧੀਨ ਹੀ ਆਪਣੀ ਮਤ ਖਤਮ ਕਰ ਲੈਂਦਾ ਹੈ, ਯਾਨੀ ਕਿ ਉਹ ਜਿਉਂਦਿਆਂ ਖਤਮ ਹੋ ਜਾਂਦਾ ਹੈ, ਉਹ ਜਿਉਂਦੇ ਜੀ ਆਪਣੀ ਜ਼ਮੀਰ ਮਾਰ ਲੈਂਦਾ ਹੈ, ਉਹ ਇੱਕ ਟੁਰਦੀ ਫਿਰਦੀ ਲਾਸ਼ ਬਣ ਜਾਂਦਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਇਨਸਾਨ ਮਰਿਆ ਹੋਇਆ ਇਨਸਾਨ ਹੈ, ਉਹ ਇਨਸਾਨ ਇੱਕ ਟੁਰਦੀ ਫਿਰਦੀ ਲਾਸ਼ ਬਣ ਜਾਂਦਾ ਹੈ। ਫਿਰ ਤੁਸੀਂ ਇਉਂ ਕਹਿ ਲਓ ਕਿ ਉਹ ਇੱਕ ਵਿਚਾਰਧਾਰਾ ਵੀ ਹੋ ਸਕਦੀ ਹੈ, ਇੱਕ ਮਨੁੱਖ ਦੀ ਵਿਚਾਰਧਾਰਾ ਹੋਈ, ਫਿਰ ਚਾਰ ਬੰਦੇ ਹੋਰ ਰਲ ਗਏ, ਫਿਰ ਚਾਰ ਹੋਰ ਰਲ ਕੇ ਉਹਨਾਂ ਨੇ ਇੱਕ ਨੇਸ਼ਨ ਹੀ ਬਣਾ ਲਿਆ, ਫਿਰ ਇੱਕ ਨੇਸ਼ਨ ਹੀ ਜਿਹੜਾ ਐਸੀ ਵਿਚਾਰਧਾਰਾ ਪੈਦਾ ਕਰ ਦਿੰਦਾ ਹੈ ਕਿ ਜਿਸ ਵਿਚਾਰਧਾਰਾ ਨੂੰ ਅਸੀਂ ਸੰਸਾਰਕ ਲੈਵਲ ਦੇ ਉੱਤੇ ਪ੍ਰਵਾਨ ਜਿਸ ਨੂੰ ਨਹੀਂ ਕੀਤਾ ਜਾਂਦਾ, ਉਹ ਸਾਰਾ ਦਾ ਸਾਰਾ ਇੱਕ ਨਵੀਂ ਇੱਕ ਆਈਡੀਓਲੋਜੀ ਬਣ ਜਾਂਦੀ ਹੈ, ਇੱਕ ਸੋਚ ਬਣ ਜਾਂਦੀ ਹੈ। ਜਿਹਦਾ ਤੁਸੀਂ ਦੇਖਦੇ ਹੋ ਕਿ ਇੰਡੀਆ ਦੇ ਅੰਦਰ ਅਸੀਂ ਕਹਿੰਦੇ ਹਾਂ, ਜਾਂ ਵਰਲਡ ਲੈਵਲ ਤੇ ਕਿਤੇ ਵੀ ਝਾਤ ਮਾਰ ਲਓ, ਹਰ ਇੱਕ ਮੁਲਕ ਕਹਿੰਦਾ ਹੈ ਕਿ ਇੱਥੇ ਡੈਮੋਕ੍ਰੇਸੀ ਹੈ, ਹਰ ਇੱਕ ਮੁਲਕ ਕਹਿੰਦਾ ਹੈ ਲੋਕਤੰਤਰ ਦੀ ਬਾਤ ਹੋਣੀ ਚਾਹੀਦੀ ਹੈ, ਹਰ ਇੱਕ ਮੁਲਕ ਦੇ ਅੰਦਰ ਯੂਐਨਓ ਨੇ ਜਦੋਂ ਲਗਭਗ 1948 ਦੇ ਅੰਦਰ ਯੂਐਨਓ ਦੇ ਅੰਦਰ ਉਹ ਸਾਰੀਆਂ ਬਾਤਾਂ ਪ੍ਰਵਾਨਿਤ ਕੀਤੀਆਂ ਗਈਆਂ, ਜਿਹਦੇ ਵਿੱਚ ਫਰੀडम ਸੀਗੀ ਸਾਰੀ ਚੀਜ਼ਾਂ ਦੇ ਉੱਤੇ, ਫਰੀडम ਆਫ ਸਪੀਚ ਸੀ, ਫਰੀडम ਆਫ ਰਿਲੀਜਨ ਸੀਗਾ। ਕੀ ਵਰਲਡ ਲੈਵਲ ਤੇ ਸਾਰਾ ਕੁਝ ਹੋ ਰਿਹਾ, ਕਿ ਵਰਲਡ ਲੈਵਲ ਤੇ ਇਹ ਸਾਰਾ ਕੁਝ ਕ੍ਰੀਏਟ ਕਰ ਪਾਏ, ਜਾਂ ਜੋ ਬੇਗਮਪੁਰਾ ਅਸੀਂ ਬਣਾਉਣਾ ਚਾਹੁੰਦੇ ਸੀ ਐਜ਼ ਅ ਸਿੱਖ, ਜੇ ਅਸੀਂ ਆਪਣੇ ਵੱਲ ਝਾਤ ਮਾਰੀਏ, ਕਿ ਜੋ ਬੇਗਮਪੁਰਾ ਅਸੀਂ ਬਣਾਉਣਾ ਚਾਹੁੰਦੇ ਸੀ, ਜੋ ਗੁਰਬਾਣੀ ਦੇ ਸਿਧਾਂਤ ਸਾਨੂੰ ਗੁਰੂ ਸਾਹਿਬ ਨੇ ਦਿੱਤੇ, ਕਿ ਅਸੀਂ ਉਹਨਾਂ ਨੂੰ ਲਾਗੂ ਕਰ ਪਾਏ? ਅਸੀਂ ਵੀ ਉਸ ਲੈਵਲ ਤੇ ਜਾ ਕੇ ਉਹਨਾਂ ਸਿਧਾਂਤਾਂ ਨੂੰ ਲੈਵਲ ਨਹੀਂ ਕਰ ਪਾਏ, ਉਹਨੂੰ ਲਾਗੂ ਨਹੀਂ ਕਰ ਪਾਏ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਅਸਲ ਵਿੱਚ ਐਸੇ ਇਨਸਾਨ, ਇਹ ਰੱਬ, ਇਹਨਾਂ ਉੱਤੇ ਰੱਬੀ ਮਾਰ ਹੈ, ਇਹ ਇੱਕ ਟੁਰਦੀ ਫਿਰਦੀ ਲਾਸ਼ਾਂ ਨੇ। ਤੇ ਐਸੇ ਸਮਾਜ ਦੇ ਵਿੱਚੋਂ ਕਿ ਅਸੀਂ ਸੁੱਖ ਦੀ ਆਸ਼ਾ ਕਰ ਸਕਦੇ ਹਾਂ, ਅੰਮ੍ਰਿਤ ਦੀ ਆਸ਼ਾ ਕਰ ਸਕਦੇ ਹਾਂ, ਬੇਪੁਰੇ ਦੀ ਆਸ਼ਾ ਕਰ ਸਕਦੇ ਹਾਂ, ਅਸੀਂ ਕਲਪਨਾ ਕਰ ਸਕਦੇ ਹਾਂ ਕਿ ਐਸੇ ਸਮਾਜ ਦੇ ਵਿੱਚੋਂ, ਜਿਸ ਸਮਾਜ ਵਿੱਚ ਅਸੀਂ ਰਹਿ ਰਹੇ ਹਾਂ, ਕਿ ਉਹਦੇ ਅੰਦਰ ਅਸੀਂ ਬੇਗਮਪੁਰਾ ਬਣਾ ਸਕਾਂਗੇ ਇਹਨਾਂ ਕੁਝ ਸਮਿਆਂ ਦੇ ਵਿੱਚ? ਜਾਪਦਾ ਤੇ ਨਹੀਂ। ਕਾਰਨ ਇਹ ਹੈ ਕਿ ਗੁਰਬਾਣੀ ਨੂੰ ਸਹੀ ਢੰਗ ਦੇ ਨਾਲ ਨਾ ਅਸੀਂ ਵਿਚਾਰਿਆ, ਨਾ ਅਸੀਂ ਸਮਝਿਆ, ਤੇ ਨਾ ਹੀ ਸਾਡੇ ਉਹਨਾਂ ਵੱਡੇ ਵਿਦਵਾਨਾਂ, ਵਿਚਾਰਕਾਂ ਔਰ ਉਹਨਾਂ ਪੋਲੀਟੀਸ਼ੀਅਨਸ ਨੇ ਜਾਂ ਉਹਨਾਂ ਧਾਰਮਿਕ ਆਚਾਰੀਆਂ ਨੇ ਵਰਲਡ ਲੈਵਲ ਦੇ ਉੱਤੇ ਇਹਦੇ ਬਾਬਤ ਕੁਝ ਕਰ ਪਾਏ। ਇਸ ਕਰਕੇ ਅੱਜ ਸਮਾਜ ਦਾ ਇਹ ਹਾਲ ਹੈ। ਗੁਰੂ ਸਾਹਿਬ ਕਹਿੰਦੇ ਨੇ, ਮਤ ਤੁਮ ਜਾਣੋ ਉਹ ਜੀਮ ਦੇ, ਉਹ ਆਪ ਮਾਰੇ ਕਰਤਾਰ। ਔਰ ਇਹਦੇ ਪਿੱਛੇ ਕਾਰਨ ਹੈ, ਹਉਮੈ ਵੱਡਾ ਰੋਗ ਹੈ, ਪਾਏ ਦੂਜੈ ਕਰਮ ਕਮਾਏ। ਕਹਿੰਦੇ ਮਾਇਆ ਦੇ ਮੋਹ ਵਿੱਚ ਕਰਮ ਕਰਕੇ ਉਹਨਾਂ ਨੂੰ ਹਉਮੈ ਦਾ ਰੋਗ ਚਿਮੜਿਆ ਹੈ। ਔਰ ਇਹਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਈਗੋ ਦਾ। ਇਗੋਇਸਟਿਕ ਬੰਦਾ ਜਿਹੜਾ ਹੁੰਦਾ ਹੈ, ਨਾ ਤੇ ਉਹ ਆਪ ਸ਼ਾਂਤ ਹੁੰਦਾ, ਨਾ ਉਹ ਆਪਣੇ ਪਰਿਵਾਰ ਨੂੰ ਸ਼ਾਂਤ ਰਹਿਣ ਦਿੰਦਾ, ਤੇ ਨਾ ਉਹ ਸਮਾਜ ਨੂੰ ਸ਼ਾਂਤ ਰਹਿਣ ਦਿੰਦਾ। ਜਦੋਂ ਤੱਕ ਇੱਕ ਇਗੋਇਸਟਿਕ ਬੰਦਾ, ਜਿਹੜਾ ਆਪਣੇ ਉਸ ਈਗੋ ਦੀ ਪਹਿਚਾਨ ਨਹੀਂ ਕਰਦਾ, ਉਸ ਹਉਮੈ ਦੀ ਪਹਿਚਾਨ ਨਹੀਂ ਕਰਦਾ, ਜਿੱਦਾਂ ਕਿਹਾ ਜਾਂਦਾ ਹੈ ਕਿ ਜਿਹੜਾ ਵੱਧਹੀਨ ਭਾਵਨਾ ਦਾ ਸ਼ਿਕਾਰ ਹੋ ਜਾਂਦਾ, ਉਹ ਵੀ ਹਉਮੈ ਦਾ ਰੋਗ ਦਾ ਰੋਗੀ ਹੈ। ਤੇ ਜਿਹੜਾ ਆਪਣੇ ਕਿਸੇ ਰੂਪ ਦਾ, ਰੰਗ ਦਾ, ਧਨ ਦਾ, ਦੌਲਤ ਦਾ, ਘਰ ਦਾ, ਵਿਦਿਆ ਦਾ, ਨੌਲੇਜ ਦਾ ਮਾਣ ਕਰਦਾ, ਉਹ ਵੀ ਰੋਗੀ ਹੈ। ਇੱਥੇ ਬੈਲੈਂਸ ਚਾਹੀਦਾ, ਜਿਹਦੇ ਅੰਦਰ ਨਾ ਇਨਫੀਰੀਅਰਿਟੀ ਕੰਪਲੈਕਸ ਹੋਵੇ ਤੇ ਨਾ ਸੁਪੀਰੀਅਰਿਟੀ ਕੰਪਲੈਕਸ ਹੋਵੇ।
इत्थे बैलेंस चाहिए। सहज की अकथ कथा है निरारी, तुल नहीं चढ़ा जाए ना मुकाती, हल्की लगे ना भारी। पर क्रोध दे अंदर आके वो अपना ही नहीं नुकसान करता, वो अपने आले दुआले का भी नुकसान करता है, जिहड़ा गुरबाणी दी सही ढंग दे नाल विचार नहीं करता। गुरु साहब कहते ने होमै वड्डा रोग है, भाई दूजे कर्म कमाए। इस रोग दे अंदर चमड़िया होया इंसान फिर अपने घर नूं भी एक जंग दा अखाड़ा बना के रख दिंदा। असीं अपने आप तो ही शुरुआत करिए ना, असीं अपने आप अपने बल च हत्थ मारीए। जिहड़ा इगोइस्टिक इंसान होएगा क्रोधी भी होएगा, क्योंकि जदों ओदी होमै नूं कोई सट मारेगा, जदों ओदी ईगो हर्ट होवेगी, क्योंकि ईगो भी ते इगोइस्टिक बंदे दी ईगो बड़ी छेती हर्ट हो जाती है, इन्हें मेरी बेइज्जती कर दी, ओदी इज्जत बड़ी बड़ी सस्ती होती है। जदों भी एक होमे दे अधीन होया बंदा इहदी ईगो हर्ट होवेगी, एक क्रोधित होवेगा, एक क्रोधित होवेगा। और उस क्रोध दे नाल असीं एक दूजी क्लास दे अंदर एक दिन विचार सांझे कर रहे सां, इस क्रोध दे नाल की होएगा, इस क्रोध दे नाल ना केवल ये अपना नुकसान करेगा, सगों ये अपने परिवार का भी नुकसान करेगा। और इहदे पिछे कारण ये होमै खड़ी है, ये ईगो खड़ी है कि मेरी गल नहीं मन्नी जा रही, मेरी गल नहीं मन्नी जा रही। किते ना किते ईगो हर्ट हुई ते ये अपना क्रोध दे अंदर आके अपने आले दुआले दा नुकसान कर जावेगा। भाई दूजे कर्म कमाए, ये ऐसे कर्म कमाएगा। देखो जो बंदा क्रोधित होता है ना, ਅਸੀਂ ਬਾਣੀ पढ़ते हैं काम क्रोध काया को गल है, ਜਦੋਂ ਬੰਦਾ क्रोधित ਹੁੰਦਾ है ਇਹ ਵਰਬਲ ਅਬਿਊਜ਼ ਕਰਦਾ ਹੈ, ਜ਼ੁਬਾਨ ਤੋਂ ਕੋੜੇ ਬੋਲ ਬੋਲਦਾ ਹੈ। ਤੇ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕੋੜਾ ਬੋਲ ਬੋਲਦੇ ਹਾਂ, ਅੱਜ ਇਹਦੀ ਸਟੱਡੀ ਆ ਚੁੱਕੀ ਹੈ, ਅਸੀਂ ਇਹ ਨਹੀਂ ਕਹਿੰਦੇ ਮੈਂ ਕਿਹੜਾ ਤੈਨੂੰ ਮਾਰਿਆ ਹੈ, ਮੈਂ ਕਿਹੜਾ ਤੁਹਾਡੇ ਦੇਸ਼ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਤੇ ਚਲੋ ਬੱਚਿਆਂ ਉੱਤੇ ਹੱਥ ਨਹੀਂ ਚੁੱਕ ਸਕਦੇ, ਪਰ ਬੋਲਦੇ ਤਾਂ ਹੈ ਨਾ, ਕੋੜਾ ਤਾਂ ਬੋਲਦੇ ਹੀ ਆ, ਗਾਲਾਂ ਵੀ ਕੋਈ ਕੱਢ ਦਿੰਦਾ ਹੋਵੇਗਾ, ਕੋਈ ਉੱਚਾ ਵੀ ਬੋਲਦਾ ਹੋਵੇਗਾ। ਪਰ ਜਿਹੜੇ ਬੱਚੇ ਨੇ ਔਰ ਜਿਹੜੇ ਟੀਨੇਜ ਬੱਚੇ ਨੇ, ਇਹਨਾਂ ਦੇ ਉੱਤੇ ਜਦੋਂ ਸਰਵੇਖਣ ਕੀਤਾ ਗਿਆ, ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਉੱਤੇ ਰੋਬ ਝਾੜਦੇ ਸੀਗੇ, ਉਹਨਾਂ ਨੂੰ ਵਰਬਲ ਅਬਿਊਜ਼ ਕਰਦੇ ਸੀਗੇ, ਜਦੋਂ ਬੱਚਾ ਵੱਡਾ ਹੋਇਆ ਉਹਦਾ ਵਾਈਟ ਮੈਟਰ ਜਿਹੜਾ ਬ੍ਰੇਨ ਦਾ ਸੀ ਉਹ ਇਫੈਕਟਡ ਪਾਇਆ ਗਿਆ। ਉਹਨਾਂ ਦੇ ਬ੍ਰੇਨ ਦੇ ਜਿਹੜੇ 3 ਨਿਊਰਲ ਪਾਥਵੇਜ਼ ਸੀਗੇ ਨਾ, ਜਿਹੜੇ ਨਿਊਰੋਨ ਜਿਹੜੇ ਉਹਨਾਂ ਦੇ ਪਾਥਵੇ ਸੀਗੇ ਬ੍ਰੇਨ ਦੇ, ਉਹ ਇਫੈਕਟਡ ਪਾਏ ਗਏ ਉਹਨਾਂ ਬੱਚਿਆਂ ਦੇ। ਇਹਦੇ ਪਿੱਛੇ ਇਹ ਬਹੁਤ ਵੱਡਾ ਨੁਕਸਾਨ ਅਸੀਂ ਉਸ ਈਗੋਇਸਟਿਕ ਭਾਵਨਾ ਦੇ ਅੰਦਰ ਆ ਕੇ ਅਸੀਂ ਖੁਦ ਦੇ ਬੱਚਿਆਂ ਦਾ ਕਰ ਜਾਂਦੇ ਹਾਂ, ਜੋ ਤਾ ਉਮਰ ਉਹਦੇ ਨਾਲ ਰਹਿੰਦਾ ਹੈ। ਇਸ ਕਰਕੇ ਉਹ ਬੱਚਾ ਜਿਹੜਾ ਹੈ ਉਹ ਵੀ ਹੋਮੇ ਦਾ ਸ਼ਿਕਾਰ ਰਹਿੰਦਾ ਆਪਣੀ ਲਾਈਫ ਦੇ ਵਿੱਚ, ਫਿਰ ਉਹਦੀ ਪਰਸਨਲ ਲਾਈਫ ਵੀ ਜਿਹੜੀ ਹੈ ਉਹ ਮਾੜੀ ਰਹਿੰਦੀ ਹੈ, ਉਹਦੀ ਰਿਲੇਸ਼ਨਸ਼ਿਪ ਜਿਹੜੀ ਹੈ ਉਹ ਵੀ ਮਾੜੀ ਰਹਿੰਦੀ ਹੈ। ਆਪਣੇ ਘਰ ਦੇ ਅੰਦਰ ਪਤੀ ਪਤਨੀ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹਦੇ ਅੰਦਰ ਵੀ ਸੁਖਾਵਾਂ ਮਾਹੌਲ ਨਹੀਂ ਹੁੰਦਾ, ਕਿਉਂਕਿ ਜਿਹੜਾ ਹੋਮੇ ਦਾ ਅਗਰਸਿਆ ਹੋਇਆ ਇਨਸਾਨ ਹੁੰਦਾ ਹੈ, ਜਿਹੜਾ ਗੁਰਬਾਣੀ ਔਰ ਸ਼ਬਦ ਦੀ ਵਿਚਾਰ ਨਹੀਂ ਕਰਦਾ, ਜਿਹਨੂੰ ਇਹ ਪਤਾ ਹੀ ਨਹੀਂ ਕਿ ਮੈਂ ਝੁਕਣਾ ਹੈ, ਨੀਵਾਂ ਹੋਣਾ ਵੀ ਇੱਕ ਗੁਣ ਹੁੰਦਾ ਹੈ। ਚਲੋ ਜੇ ਦੋ ਜਣੇ ਆਪਸ ਦੇ ਅੰਦਰ ਬੋਲ ਕਬੋਲ ਹੋ ਰਹੇ ਨੇ, ਇੱਕ ਬੰਦਾ ਚੁੱਪ ਹੋ ਜਾਵੇ, ਇੱਕ ਬੰਦਾ ਝੁਕ ਜਾਵੇ, ਤਾਂ ਹੀ ਝਗੜਾ ਸ਼ਾਂਤ ਹੋਵੇਗਾ। ਜਿਨ੍ਹਾਂ ਨੇ ਇਹ ਗੱਲਾਂ ਸੁਣੀਆਂ ਹੀ ਨਹੀਂ, ਵਿਚਾਰੀਆਂ ਨਹੀਂ, ਤੇ ਜਿਹੜੇ ਸੁਣੀਆਂ ਵੀਆਂ ਨੇ, ਵਿਚਾਰੀਆਂ ਵੀ ਨੇ, ਤੇ ਜੇ ਆਪਣੇ ਜੀਵਨ ਅੰਦਰ ਧਾਰਨ ਹੀ ਨਹੀਂ ਕੀਤਾ, ਫਿਰ ਕੀ ਹੁੰਦਾ ਹੈ, ਉਹਨਾਂ ਦੀ ਰਿਲੇਸ਼ਨਸ਼ਿਪ ਉਹ ਘਰ ਨਰਕ ਦੀ ਥਾਂ ਬਣ ਜਾਂਦੀ ਹੈ, ਉਹ ਹੈਲ ਬਣ ਜਾਂਦਾ ਹੈ। ਔਰ ਇਹਦੇ ਪਿੱਛੇ ਕਾਰਨ ਕੀ ਹੈ? ਇਹਦੇ ਪਿੱਛੇ ਕਾਰਨ ਹੈ ਸਾਡੀ ਖੁਦ ਦੀ ਪੈਰੈਂਟਿੰਗ, ਸਾਡੀ ਖੁਦ ਦੀ ਸ਼ਖਸੀਅਤ, ਕਿ ਅਸੀਂ ਆਪਣੀ ਜ਼ਿੰਦਗੀ ਤੇ ਖਰਾਬ ਕਰਦੇ ਹਾਂ। ਅਸੀਂ ਆਪਣੇ ਆਉਣ ਵਾਲੇ ਭਵਿੱਖ, ਅਸੀਂ ਆਉਣ ਵਾਲੇ ਫਿਊਚਰ, ਆਪਣੀ ਨੈਕਸਟ ਜਨਰੇਸ਼ਨ ਦੀ ਵੀ ਤਬਾਹੀ ਕਰਕੇ ਰੱਖ ਦਿੰਦੇ ਹਾਂ। ਇਹੀ ਕੁਝ ਸਾਡਾ ਪ੍ਰਚਾਰਕ ਵਰਗ, ਜਿਹੜਾ ਮੇਰੇ ਵਰਗਾ ਪ੍ਰਚਾਰਕ ਵਰਗ ਕਰ ਰਿਹਾ, ਨੈਕਸਟ ਜਨਰੇਸ਼ਨ ਤਿਆਰ ਕੀਤੀ ਜਾ ਰਹੀ ਹੈ, ਇਹ ਕੁਝ ਪੇਰੈਂਟਸ ਕਰ ਰਹੇ ਨੇ, ਇਹ ਕੁਝ ਰਾਜਨੀਤਿਕ ਲੋਕ ਬੋਲ ਕੇ ਕਰ ਰਹੇ ਨੇ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਹ ਹੋਮੈ ਵੱਡਾ ਰੋਗ ਹੈ, ਭਾਈ ਦੂਜੇ ਕਰਮ ਕਮਾਏ। ਜਿਹੜਾ ਇਸ ਹੋਮੈ ਦੇ ਰੋਗ ਦੇ ਅੰਦਰ ਗ੍ਰਸਤ ਹੋ ਜਾਂਦਾ ਹੈ, ਫਿਰ ਉਹ ਹੋਮੈ ਦੇ ਰੋਗ ਦੇ ਅੰਦਰ ਮਾਇਆ ਦੇ ਮੋਹ ਦੇ ਵਿੱਚ ਫਸ ਕੇ ਕਰਮ ਕਰ ਕਰਕੇ ਆਪਣਾ ਜੀਵਨ ਅਧਰਮੀ ਬਣਾ ਲੈਂਦਾ ਹੈ। ਨਾਨਕ ਮਨਮੁਖ ਜੀਵਦਿਆਂ ਮੋਏ ਹਰ ਵਿਸਰਿਆਂ ਦੁੱਖ ਪਾਏ। ਗੁਰੂ ਸਾਹਿਬ ਕਹਿੰਦੇ ਨੇ ਅਧਰਮੀ ਜ਼ਿੰਦਗੀ ਵਿੱਚ ਵੀ ਮਰੇ ਹੋਏ ਹਨ, ਸਾਹਿਬ ਨੂੰ ਭੁਲਾ ਕੇ ਉਹ ਕਸ਼ਟ ਪਾਉਂਦੇ ਹਨ। ਮਨ ਪਿੱਛੇ ਤੁਰਨ ਵਾਲੇ ਬੰਦੇ ਜਿਉਂਦੇ ਹੀ ਮੋਏ ਨੇ। ਮਨੁੱਖ ਰੱਬ ਨੂੰ ਭੁਲਾਉਂਦਾ ਹੈ, ਉਹ ਦੁੱਖ ਪਾਉਂਦਾ ਹੈ। ਜੇ ਸਾਡੀ ਜੀਵਨ ਦੇ ਵਿੱਚ ਦੁੱਖ ਹੈ,
ਜੇ ਸਾਡੇ ਜੀਵਨ ਦੇ ਅੰਦਰ ਅਸ਼ਾਂਤੀ ਹੈ, ਜੇ ਪਰਿਵਾਰਕ ਤੌਰ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਸਹੀ ਢੰਗ ਦੇ ਨਾਲ ਅਸੀਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਪਾਏ, ਜਾਂ ਅਸੀਂ ਸਹੀ ਸਿੱਖਿਆ ਆਪਣੇ ਬੱਚਿਆਂ ਨੂੰ ਨਹੀਂ ਦੇ ਪਾਏ, ਅਸ਼ਾਂਤੀ ਹੈ ਬੱਚਿਆਂ ਦੀ ਲਾਈਫ ਦੇ ਵਿੱਚ, ਤੇ ਇਹਦੇ ਪਿੱਛੇ ਕਾਰਨ ਹੀ ਇਹ ਹੈ ਕਿ ਸਹੀ ਢੰਗ ਦੇ ਨਾਲ ਗੁਣਾਂ ਦੀ ਵਿਚਾਰ ਨਹੀਂ ਕੀਤੀ ਗਈ। ਸਪਸ਼ਟ ਤੌਰ ਤੇ ਗੁਰੂ ਸਾਹਿਬ ਸਾਨੂੰ ਇਹ ਸੰਦੇਸ਼ ਦੇ ਰਹੇ ਨੇ। ਪੌੜੀ, ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸਕਾਰ। ਪਰ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਦਾ ਅੰਦਰਲਾ ਹਿਰਦਾ, ਅੰਦਰਲੀ ਕੌਨਸ਼ੀਅਸ ਸ਼ੁੱਧ ਹੈ। ਬਾਹਰੀ ਤੌਰ ਤੇ ਤਾਂ ਸਾਰੇ ਕਹਿ ਦਾਂਗੇ ਅਸੀਂ ਕਿ ਜ਼ੁਬਾਨ ਸਾਡੀ ਸ਼ੁੱਧ ਹੈ, ਸਾਡੀ ਸ਼ਖਸੀਅਤ ਦੇ ਅੰਦਰ ਬੜੀ ਪਾਕ ਪਵਿੱਤਰ ਹੈ, ਅਸੀਂ ਆਪਣੀ ਵਡਿਆਈਆਂ ਆਪ ਹੀ ਆਪਣੇ ਮੂੰਹ ਕਰੀ ਜਾਂਦੇ ਹਾਂ ਦੁਨੀਆ ਨੂੰ ਦਿਖਾਉਣ ਦੇ ਵਾਸਤੇ, ਜਾਂ ਐਸੇ ਕੁਝ ਕਰਮ ਅਸੀਂ ਕਰਦੇ ਹਾਂ ਜਿਹਦੇ ਕਰਕੇ ਸਾਨੂੰ ਲੋਕੀ ਧਰਮੀ ਸਮਝਣ, ਸਾਨੂੰ ਲੋਕੀ ਚੰਗਾ ਕਹਿਣ, ਸਾਨੂੰ ਲੋਕੀ ਦਿਆਲੂ ਕਹਿਣ। ਪਰ ਪਾਤਸ਼ਾਹ ਜੀ ਕਹਿੰਦੇ ਵੀ ਜਿਸ ਅੰਤਰ ਹਿਰਦਾ ਸ਼ੁੱਧ ਹੈ, ਜਿਹਦੀ ਅੰਦਰਲੀ ਕੌਨਸ਼ੀਅਸ ਚੰਗੀ ਹੈ, ਜਿਹਦੀ ਇੰਟਰਨਲ ਜਿਹੜੀ ਸੋਚ ਚੰਗੀ ਹੈ, ਮੈਂ ਕੀ ਕੰਮ ਕਰ ਰਿਹਾ ਹਾਂ, ਮੈਂ ਚੋਰੀ ਨਹੀਂ ਕੀਤੀ ਕਦੇ ਵੀ, ਪਰ ਜੇ ਕਿਤੇ ਮੇਰਾ ਜੀ ਕਰਦਾ ਨਾ, ਮੈਂ ਕਿਤੇ ਮੈਨੂੰ ਸੋਨਾ ਮਿਲ ਜਾਵੇ, ਕੋਈ ਹੀਰਾ ਮਿਲ ਜਾਏ ਕਿਸੇ ਦਾ, ਤੇ ਮੈਨੂੰ ਮੌਕਾ ਮਿਲੇ ਤੇ ਮੈਂ ਚੋਰੀ ਕਰ ਲਵਾਂ, ਆਪਣੀ ਜੇਬ ਚ ਪਾ ਲਵਾਂ, ਕੀਤਾ ਮੈਂ ਨਹੀਂ ਅੱਜ ਤੱਕ। ਪਰ ਜੇ ਮੇਰੀ ਅੰਦਰਲੀ ਕੋਸ਼ਿਸ਼ ਆਖ ਰਹੀ ਹੈ, ਚਾਹ ਰਹੀ ਹੈ, ਇਹਦਾ ਮਤਲਬ ਅੰਦਰੋਂ ਹਿਰਦਾ ਸ਼ੁੱਧ ਨਹੀਂ ਹੈ। ਮੈਂ ਕਦੇ ਕਿਸੇ ਧੀ ਭੈਣ ਦੇ ਨਾਲ ਕੋਈ ਬਦਫੈਲੀ ਨਹੀਂ ਕੀਤੀ, ਕਦੇ ਈਵ ਟੀਜ਼ਿੰਗ ਨਹੀਂ ਕੀਤੀ, ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ। ਪਰ ਜੇ ਮੈਂ ਕਿਸੇ ਦੇ ਨਾਲ, ਕਿਸੇ ਨੂੰ ਗਲਤ ਨਿਗਾਹ ਦੇ ਨਾਲ ਦੇਖ ਰਿਹਾ ਹਾਂ, ਚਲੋ ਨਿਗਾਹ ਦੇ ਨਾਲ ਵੀ ਨਹੀਂ ਦੇਖ ਰਿਹਾ, ਮੇਰੀ ਨਜ਼ਰ ਸਰਸਰੀ ਤੌਰ ਤੇ ਚਲੇ ਗਈ, ਜੇ ਅੰਦਰ ਕਿਤੇ ਕੌਨਸ਼ੀਅਸ ਦੇ ਵਿੱਚ ਗਲਤ ਭਾਵ ਪੈਦਾ ਹੋ ਰਿਹਾ ਹੈ, ਇਹਦਾ ਮਤਲਬ ਅੰਦਰ ਹਿਰਦਾ ਹਲੇ ਤੱਕ ਸ਼ੁੱਧ ਨਹੀਂ ਹੈ, ਅੰਦਰੋਂ ਹਿਰਦਾ ਸ਼ੁੱਧ ਨਹੀਂ ਹੈ। ਜੇ ਮੈਂ ਆਪਣੇ ਕਿਸੇ ਸੱਜਣ ਮਿੱਤਰ ਨੂੰ, ਦੋਸਤ ਨੂੰ ਕਹਿ ਰਿਹਾ ਕਿ ਮੈਂ ਤੇਰੇ ਵਾਸਤੇ ਆਪਣੀ ਜਿੰਦ ਵੀ ਵਾਰ ਸਕਦਾ, ਮੈਂ ਦਮਗਜੇ ਭਰ ਰਿਹਾ, ਮੈਂ ਸ਼ੋਅ ਆਫ ਵੀ ਕਰਦਾ, ਮੈਂ ਉਹਨੂੰ ਘਰ ਬਿਠਾ ਕੇ ਰੋਟੀ ਪਾਣੀ ਵੀ ਚੰਗਾ ਖਵਾ ਰਿਹਾ, ਸਾਰਾ ਕੁਝ ਕਰ ਰਿਹਾ, ਪਰ ਜੇ ਮੇਰੇ ਕਿਤੇ ਅੰਦਰ ਖਾਤੇ ਕਿਤੇ ਹੋਰ ਕੋਈ ਸਵਾਰਥ ਕੰਮ ਕਰ ਰਿਹਾ ਹੈ, ਕਿਤੇ ਉਹ ਸਾਰੇ ਮੇਰੇ ਬਿਹੇਵ ਪਿੱਛੇ ਕੋਈ ਹੋਰ ਸਵਾਰਥ ਖੜਾ ਹੈ, ਤੇ ਇਹਦਾ ਮਤਲਬ ਮੇਰਾ ਅੰਤਰ ਹਿਰਦਾ ਸ਼ੁੱਧ ਨਹੀਂ ਹੈ। ਜੇ ਮੈਂ ਕਲਾਸ ਲਾ ਰਿਹਾ ਤੇ ਮੈਂ ਕਿਉਂ ਲਾ ਰਿਹਾ? ਕਿ ਮੈਂ ਵਾਕਈ ਆਪਣੀ ਪਰਸਨੈਲਿਟੀ ਦੇ ਵਿੱਚ ਕੋਈ ਤਬਦੀਲੀ ਕਰਨਾ ਚਾਹੁੰਦਾ, ਜਾਂ ਮੇਰਾ ਹੋਰ ਕੋਈ ਕਾਰਨ ਹੈ? ਜੇ ਹੋਰ ਕੋਈ ਕਾਰਨ ਹੈ, ਜੇ ਗੁਰਬਾਣੀ ਦੇ ਨਾਲ ਪਿਆਰ ਨਹੀਂ, ਤੇ ਇਹਦਾ ਮਤਲਬ ਅੰਤਰ ਹਿਰਦਾ, ਅੰਦਰੋਂ ਹਿਰਦਾ ਹਲੇ ਤੱਕ ਸ਼ੁੱਧ ਨਹੀਂ ਹੈ, ਅੰਦਰੋਂ ਹਿਰਦਾ ਸ਼ੁੱਧ ਨਹੀਂ। ਤਿਸ ਜਨ ਕੋ ਸਭ ਨਮਸਕਾਰੀ, ਕਹਿੰਦੇ ਜਿਸ ਅੰਤਰ ਹਿਰਦਾ ਸ਼ੁੱਧ ਹੈ, ਲੇਕਿਨ ਜਿਨ੍ਹਾਂ ਦਾ ਅੰਦਰਲਾ ਹਿਰਦਾ ਪਵਿੱਤਰ ਹੁੰਦਾ ਹੈ, ਉਹਨੂੰ ਸਾਰੀ ਦੁਨੀਆ ਨਮਸਕਾਰ ਕਰਦੀ ਹੈ, ਉਹਦਾ ਮਾਣ ਸਨਮਾਨ ਹੁੰਦਾ ਹੈ, ਜਿਹੜਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ। ਜਿਸ ਅੰਦਰ ਨਾਮ ਨਿਧਾਨ ਹੈ, ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਸਾਹਿਬ ਕਹਿੰਦੇ ਨੇ ਮੈਂ ਉਸ ਤੋਂ ਸਦਕੇ ਹਾਂ ਜਿਸ ਦੇ ਹਿਰਦੇ ਵਿੱਚ ਨਾਮ ਰੂਪੀ ਖਜ਼ਾਨਾ ਹੈ, ਜਿਹੜਾ ਆਪਣੇ ਹਿਰਦੇ ਦੇ ਅੰਦਰ ਇਹਨਾਂ ਸ਼ੁਭ ਗੁਣਾਂ ਨੂੰ ਸਮੋ ਕੇ ਬੈਠਾ ਹੈ। ਜਿਸ ਅੰਦਰ ਬੁੱਧ ਵਿਵੇਕ ਹੈ, ਹਰ ਨਾਮ ਮੁਰਾਰੀ, ਜਿਹਦੇ ਅੰਦਰ ਭਲੀ ਮਤ ਹੈ, ਚੰਗੇ ਮੰਦੇ ਦੀ ਪਹਿਚਾਣ, ਤੇ ਉਸ ਰੱਬੀ ਨਾਮ ਤੇ ਰੱਬੀ ਗੁਣਾਂ ਦੇ ਨਾਲ ਜਿਹੜਾ ਜੁੜਿਆ ਹੈ, ਜਿਹੜਾ ਪਹਿਚਾਨ ਕਰ ਸਕਦਾ ਹੈ ਕਿ ਮੇਰਾ ਚੰਗਾ ਕੀ ਹੈ ਤੇ ਮੇਰਾ ਮੰਦਾ ਕੀ ਹੈ, ਮੈਂ ਗੁਰਬਾਣੀ ਨੂੰ ਕਿਸ ਢੰਗ ਦੇ ਨਾਲ ਵਰਤਣਾ ਹੈ। ਗੁਰੂ ਸਾਹਿਬ ਨੇ ਗੁਰਬਾਣੀ ਨੂੰ ਕਮਰਸ਼ੀਅਲ ਤੌਰ ਤੇ ਨਹੀਂ ਵਰਤਿਆ, ਗੁਰੂ ਸਾਹਿਬ ਨੇ ਗੁਰਬਾਣੀ ਨੂੰ ਨੈਤਿਕਤਾ ਦੇ ਤੌਰ ਤੇ ਵਰਤਿਆ ਹੈ, ਨੈਤਿਕਤਾ ਦੇ ਤੌਰ ਤੇ ਵਰਤਿਆ ਕਿ ਮੈਨੂੰ ਚੰਗੇ ਮੰਦੇ ਦੀ ਪਹਿਚਾਣ ਹੋ ਜਾਵੇ, ਭਲੀ ਮਤ ਹੋ ਜਾਵੇ, ਉਹ ਗਿਆਨ ਦਾ ਦੀਵਾ ਮੇਰੇ ਹੱਥ ਵਿੱਚ ਹੋਵੇ ਕਿ ਜਿਹਦੇ ਕਰਕੇ ਮੈਂ ਕਹਿੰਦੇ ਨੇ ਨਾ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੂੰਗਮ ਸਾਧੇ, ਪੰਚ ਨਾ ਸੋ ਸੰਗ ਨਾ ਛੁਟਕਿਓ, ਅਧਿਕ ਅੰਗ ਬੁੱਧ ਬਾਧੇ ਪਿਆਰੇ, ਇਨ ਬਿਦ ਮਿਲਨ ਨਾ ਜਾਏ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੇ ਦੁਆਰੇ। ਤੀਜਾ ਬੁੱਧ ਵਿਵੇਕਾ, ਜਿਹੜਾ ਗੁਰੂ ਮੈਨੂੰ ਬੁੱਧ ਤੇ ਵਿਵੇਕ ਦਿੰਦਾ ਹੈ, ਤੇ ਜਿਸ ਦਿਨ ਮੇਰੇ ਜੀਵਨ ਵਿੱਚ ਬੁੱਧ ਤੇ ਵਿਵੇਕ ਆ ਗਈ, ਮੈਨੂੰ ਚੰਗੇ ਮਾੜੇ ਦਾ ਜਿਹੜਾ ਹੈ ਨਿਰਣਾ ਕਰਨ ਦੀ ਮੇਰੇ ਜੀਵਨ ਦੇ ਅੰਦਰ ਸੋਝੀ ਆ ਗਈ, ਤੇ ਉਸ ਦਿਨ ਗੁਰੂ ਸਾਹਿਬ ਕਹਿੰਦੇ ਨੇ ਕਿ ਮੈਂ ਉਸ ਸਿੱਖ ਦੇ ਉੱਤੇ ਬਲਿਹਾਰ ਜਾਂਦਾ ਹਾਂ, ਉਸਨੂੰ ਆਪਣਾ ਸਾਰਾ ਕੁਝ ਸਮਰਪਿਤ ਕਰ ਦਿੰਦਾ ਹਾਂ। ਸੋ ਸਤਿਗੁਰ ਸਭਨਾ ਕਾ ਮਿੱਤਰ ਹੈ, ਸਭ ਤਿਸੈ ਪਿਆਰੀ, ਉਹ ਸਤਿਗੁਰੂ ਸਭ ਜੀਵਾਂ ਦਾ ਮਿੱਤਰ ਹੈ ਤੇ ਸਾਰੀ ਸ੍ਰਿਸ਼ਟੀ
उसनूं प्यारी लगदी है। ਉਹ ਗੁਰੂ ਸਾਹਿਬ ਜੀ ਸਾਰੇ ਜੀਵਾਂ ਦੇ ਮਿੱਤਰ ਨੇ, ਯਾਨੀ ਕਿ ਉਹ ਸਾਰਿਆਂ ਦੇ ਦੋਸਤ ਨੇ, ਮਿੱਤਰ ਨੇ। ਸਭ ਤਿਸੈ ਪਿਆਰੀ, ਤੇ ਸਾਰੀ ਸ੍ਰਿਸ਼ਟੀ ਉਸ ਨੂੰ ਪਿਆਰੀ ਲੱਗਦੀ ਹੈ। ਉਸ ਗੁਰੂ ਨੂੰ ਸਾਰਿਆਂ ਦੇ ਨਾਲ ਪਿਆਰ ਹੈ, ਕਿਸੇ ਦੇ ਨਾਲ ਨਫ਼ਰਤ ਨਹੀਂ। ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ। ਜਦ ਮੈਂ ਗੁਰੂਆਂ ਦੀ ਦਿੱਤੀ ਹੋਈ ਸਮਝ ਨਾਲ ਸੋਚ ਵਿਚਾਰ ਕੀਤੀ, ਮੈਂ ਸਰਬ ਵਿਆਪਕ ਰੂਹ ਨੂੰ ਸਾਰੇ ਸਮਾਈ ਹੋਈ ਵੇਖਿਆ ਹੈ। ਸਭ ਆਤਮ ਰਾਮ ਪਸਾਰਿਆ। ਜਦੋਂ ਮੈਂ ਗੁਰੂ ਦੀ ਮੱਤ ਨੂੰ ਆਪਣੇ ਜੀਵਨ ਦੇ ਅੰਦਰ ਵਸਾਇਆ, ਇਹਦੀ ਵਿਚਾਰ ਕੀਤੀ, ਜਿਹੜੀ ਅਸੀਂ ਸਟਾਰਟਿੰਗ ਦੇ ਅੰਦਰ ਗੁਰਬਾਣੀ ਦੇ ਰਤਨ ਰੂਪੀ ਖਜ਼ਾਨਾ, ਕੀਮਤੀ ਬੇਸ਼ਕੀਮਤੀ ਜਿਹੜੀ ਤਸ਼ਬੀਹ ਦਿੱਤੀ ਗਈ ਹੈ, ਉਹਦੀ ਵਿਚਾਰ ਸਾਂਝੀ ਕੀਤੀ ਹੈ। ਜਦੋਂ ਮੈਂ ਇਸ ਪਾਵਨ ਗੁਰੂ ਦੀ ਬਾਣੀ ਦੀ ਆਪਣੀ ਬੁੱਧੀ ਦੇ ਨਾਲ ਵਿਚਾਰ ਕੀਤੀ, ਫਿਰ ਮੈਨੂੰ ਚਾਰ ਚਫੇਰੇ ਰੱਬ ਦੀ ਹੋਂਦ ਨਜ਼ਰ ਆਈ। ਮੈਨੂੰ ਇਨਸਾਨ ਦੇ ਵਿੱਚ ਕਿਸੇ ਦੀ ਜ਼ਾਤ, ਕਿਸੇ ਦੀ ਨਸਲ, ਕਿਸੇ ਦਾ ਬਾਹਰੀ ਆਵਰਣ, ਕਿਸੇ ਦਾ ਧਰਮ, ਕਿਸੇ ਦਾ ਮਜ਼ਹਬ, ਕਿਸੇ ਦੀ ਰੂਪ ਰੰਗ ਚਮੜੀ, ਇਹ ਕੁਝ ਨਹੀਂ ਦਿਸਿਆ। ਮੈਨੂੰ ਸਾਰਿਆਂ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਨਜ਼ਰ ਆਇਆ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਜੋਤ ਨਜ਼ਰ ਆਈ। ਸੋ ਜਦੋਂ ਮੈਂ ਉਸ ਸ਼ਬਦ ਦੀ ਵਿਚਾਰ ਸਾਂਝੀ ਕੀਤੀ, ਉਸ ਪਾਵਨ ਬਾਣੀ ਦੀ ਵਿਚਾਰ ਸਾਂਝੀ ਕੀਤੀ। ਸੋ ਅੱਜ ਦੇ ਇਸ ਪਾਵਨ ਸ਼ਲੋਕ ਦੇ ਅੰਦਰ, ਅੱਜ ਦੇ ਇਸ ਪਾਵਨ ਸਤਰਾਂ ਦੇ ਅੰਦਰ ਸਾਨੂੰ ਗੁਰੂ ਸਾਹਿਬ ਜੀ ਇਸ ਪਾਵਨ ਬਾਣੀ ਦੇ ਸਿਧਾਂਤਾਂ ਦੇ ਨਾਲ ਇਹਦੀ ਵਿਚਾਰ ਕਰਨ ਦੇ ਵਾਸਤੇ ਸਾਨੂੰ ਪ੍ਰੇਰਨਾ ਦਿੰਦੇ ਨੇ ਕਿ ਇਹ ਬੜਾ ਖਜ਼ਾਨਾ ਬੜਾ ਬੇਸ਼ਕੀਮਤੀ ਹੈ। ਪਰ ਖਜ਼ਾਨੇ ਦੇ ਉੱਤੇ ਕਹਿੰਦੇ ਨੇ ਨਾ, ਜਦੋਂ ਖਜ਼ਾਨਾ ਚੰਗਾ ਹੋਵੇ ਤੇ ਕਰੰਸੀ ਹੋਵੇ ਤੇ ਉਹਦੀ ਡੁਪਲੀਕੇਸੀ ਵੀ ਬੜੀ ਛੇਤੀ ਦੇ ਨਾਲ ਆ ਜਾਂਦੀ ਹੈ। ਉਹਦੇ ਉੱਤੇ ਲੋਕੀ ਸੇਂਧ ਲਾਉਣ ਦੀ ਯਤਨ ਵੀ ਕਰਦੇ ਨੇ, ਫਿਰ ਉਹਦੀ ਚੋਰੀ ਕਰਨ ਦਾ ਯਤਨ ਵੀ ਕਰਦੇ ਨੇ। ਜੋ ਕੁਝ ਸਾਡੇ ਨਾਲ ਹੋ ਰਿਹਾ ਹੈ ਔਰ ਬੜੇ ਵੱਡੇ ਲੈਵਲ ਤੇ ਹੋਇਆ, ਇਤਿਹਾਸਕ ਗ੍ਰੰਥਾਂ ਦੇ ਵਿੱਚ ਰਲੇ ਪਾਏ ਗਏ, ਗੁਰਬਾਣੀ ਦੇ ਅੰਦਰ ਰਲੇ ਪਾਏ ਗਏ। ਇਹ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਦਾਂ ਇੰਟਰਲੋਕਿੰਗ ਕੀਤੀ ਇਸ ਪਾਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਨਹੀਂ ਤੇ ਜਿਸ ਲੈਵਲ ਤੇ ਰਲੇ ਪਾਏ ਗਏ, ਹੋ ਸਕਦਾ ਹੈ ਸਾਡੇ ਕੋਲ ਆਥੈਂਟਿਕ ਬਾਣੀ ਨਾ ਹੀ ਹੁੰਦੀ ਅੱਜ ਤੱਕ, ਜੇ ਇੰਨਾ ਯਤਨ ਨਾ ਕੀਤਾ ਹੁੰਦਾ। ਸੋ ਅੱਜ ਦੇ ਪਾਵਨ ਬਾਣੀ ਦੇ ਵਿਚਾਰ ਦੇ ਅੰਦਰ, ਇਹ ਪਾਵਨ ਬਾਣੀ ਪਿਓ ਦਾਦੇ ਦਾ ਖਜ਼ਾਨਾ ਹੈ, ਬੜਾ ਬੇਸ਼ਕੀਮਤੀ ਹੈ। ਇਹਦੀ ਅਸੀਂ ਵਿਚਾਰ ਸਾਂਝੀ ਕਰਨੀ ਹੈ ਔਰ ਇਹਦੀ ਵਿਚਾਰ ਸਾਂਝੀ ਕਰਕੇ ਅਸੀਂ ਆਪਣੇ ਜੀਵਨ ਦੇ ਅੰਦਰ ਚੇਂਜ ਲੈ ਕੇ ਆਣਾ ਹੈ। ਆਪਣੇ ਜੀਵਨ ਵਿੱਚੋਂ ਹਉਮੈ ਦੇ ਰੋਗ ਨੂੰ ਖਤਮ ਕਰਨਾ ਹੈ। ਆਪਣੇ ਜੀਵਨ ਦੇ ਅੰਦਰ ਉਹਨਾਂ ਔਗਣਾਂ ਦੇ ਉੱਤੇ ਉਹਨੂੰ ਖਤਮ ਕਰਨਾ ਹੈ ਔਰ ਇਸ ਜਗਤ ਦੇ ਅੰਦਰ ਸਰਬ ਵਿਆਪਕਤਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵੇਖਣੀ ਹੈ। ਹਰ ਜ਼ਰੇ ਜ਼ਰੇ ਦੇ ਅੰਦਰ, ਹਰ ਇੱਕ ਇਨਸਾਨ ਦੇ ਅੰਦਰ ਕਿਸੇ ਤੋਂ ਨਫ਼ਰਤ ਨਹੀਂ ਕਰਨੀ। ਸਭ ਕੋ ਮੀਤ ਹਮ ਆਪਨ ਕੀ ਨਾ, ਹਮ ਸਭਨਾ ਕੇ ਸਾਜਨ ਵਾਲੀ ਅਵਸਥਾ ਦੇ ਅੰਦਰ ਅਸੀਂ ਵਿਚਰਨਾ ਹੈ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਕੋਈ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ ਵਾਲੀ ਅਵਸਥਾ ਦੇ ਅੰਦਰ ਰਹਿਣਾ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਹਰ ਹੀਰਾ ਜੰਜੋਹਰੀ ਲੈ ਕੇ ਮਾਂਡਾ ਹਾਟ, ਜਬ ਹੀ ਪਾਈਆ ਪਾਰਖੂ ਤਬ ਹੀਰਨ ਕੀ ਸਾਟ। ਕਿ ਇਹ ਰਤਨ ਜਿਹੜਾ ਹੈ ਬੜਾ ਬੇਸ਼ਕੀਮਤੀ ਹੈ, ਪਰ ਜਿੱਥੇ ਲੱਗਦਾ ਸਾਨੂੰ ਕੋਈ ਕੇ ਇਹਦਾ ਪਾਰਖੂ ਮਿਲ ਰਿਹਾ ਹੈ, ਉਦੋਂ ਅਸੀਂ ਇਸ ਗੁਣਾ ਦੇ ਖਜ਼ਾਨੇ ਦੀ ਵਿਚਾਰ ਸਾਂਝੀ ਕਰਨੀ ਹੈ। ਇਸ ਗੁਣਾ ਦੇ ਖਜ਼ਾਨੇ ਦੀ ਵਿਚਾਰ ਸਾਂਝੀ ਕਰਕੇ ਅਸੀਂ ਆਪ ਵੀ ਲਾਭ ਲੈਣਾ ਹੈ ਔਰ ਅਸੀਂ ਦੂਜੇ ਨੂੰ ਵੀ ਲਾਭ ਦੇਣ ਦਾ ਯਤਨ ਕਰਨਾ। ਸੋ ਇਤਨੇ ਕੋ ਬੇਨਤੀ ਪ੍ਰਵਾਨ ਜੀ, ਸਮਾਪਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।